ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਪ ਜੀ। ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਪਵਿੱਤਰ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਆਓ ਮਨੋਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹੋਏ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ ਬੁਲੰਦ। ਉਪਰੰਤ ਬਾਣੀ ਦੀ ਵਿਚਾਰ ਨਾਲ ਜੁੜਨਾ ਕਰਾਂਗੇ। ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਹੱਲਾ ਪਹਿਲਾ। ਸ਼ਲੋਕ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨ ਜੀਵੈ ਕੋਏ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨ ਜੀਵੈ ਕੋਏ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਰਾਜ ਰੰਗ ਮਾਲ ਰੰਗ, ਰੰਗ ਰਤਾ ਨਚੈ ਨੰਗ। ਨਾਨਕ ਠੱਗਿਆ ਮੁੱਠਾ ਜਾਏ, ਬਿਨ ਨਾਵੈ ਪਤ ਗਿਆ ਗਵਾਏ। ਨਾਨਕ ਠੱਗਿਆ ਮੁੱਠਾ ਜਾਏ, ਬਿਨ ਨਾਵੈ ਪਤ ਗਿਆ ਗਵਾਏ। ਵਾਹਿਗੁਰੂ। ਇਹ ਪਵਿੱਤਰ ਬਚਨ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਰਾਗ ਮਾਝ ਕੀ ਵਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 142 ਉੱਪਰ ਸੁਭਾਏਮਾਨ ਨਗਰ ਕਰਤਾਰਪੁਰ ਵਿਖੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਉਚਾਰਨ ਕੀਤਾ। ਜਿਸ ਵੇਲੇ ਸਤਿਗੁਰਾਂ ਨੂੰ ਸਿੱਖ ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਦੁਨੀਆ ਵਿੱਚ ਜੀਵ ਕਿਤਨੇ ਕੁ ਹਨ, ਕਿਤਨੇ ਕੁ ਲੋਕ ਜੀਉਂਦੇ ਹਨ, ਕਿੰਨੇ ਕੁ ਲੋਕ ਜਿਉਂਦੇ ਹਨ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਦਾਂ ਨਹੀਂ ਕਹਿੰਦੇ ਜਿਵੇਂ ਆਪਾਂ ਸਾਰੇ ਜਿਉਂਦੇ ਹਾਂ। ਸਤਿਗੁਰੂ ਅਧਿਆਤਮਕ ਮੁਤਾਬਕ ਅਸਲ ਵਿੱਚ ਜੀਵਨ ਕਿਹਦਾ ਹੈ ਉਹ ਗੱਲ ਕਰਦੇ ਹਨ ਇਹ ਸ਼ਬਦ ਵਿੱਚ ਉਚਾਰਨ ਕਰਕੇ। ਵੈਸੇ ਤਾਂ ਵੇਖਦੇ ਹਾਂ ਬਹੁਤ ਲੋਕ ਤੁਰੇ ਫਿਰਦੇ ਆ, ਬੜੇ ਜਲ ਜੰਤੂ, ਥਲ ਜੰਤੂ, ਜੀਵ ਜੰਤੂ ਜਿਉਂਦੇ ਹੀ ਆ, ਪਰ ਨਹੀਂ, ਇੱਦਾਂ ਨਹੀਂ। ਬਾਬਾ ਜੀ ਕਹਿੰਦੇ ਮਨੁੱਖਾਂ ਦੀ ਗੱਲ ਕਰਦੇ ਹੋਏ ਪਾਤਸ਼ਾਹ ਕਹਿੰਦੇ ਜੇ ਜੀਵੈ ਪਤ ਲੱਥੀ ਜਾਏ। ਜੇ ਸੰਸਾਰ ਵਿੱਚ ਬੰਦੇ ਦੀ ਇੱਜ਼ਤ ਹੀ ਨਾ ਹੋਵੇ ਫਿਰ ਉਹ ਕਾਹਦਾ ਜੀਵਨ ਹੈ, ਫਿਰ ਉਹ ਮੁਰਦਾ ਹੀ ਸਮਝੋ, ਤੁਰੀ ਫਿਰਦੀ ਲਾਸ਼ ਲੋਥ ਸਮਝੋ। ਮਹਾਰਾਜ ਅਸੀਂ ਪੁੱਛਿਆ ਜਿਉਂਦਾ ਕੌਣ ਹੈ? ਕਹਿੰਦੇ ਜਿਉਂਦਾ ਉਹ ਹੈ ਜਿਹੜੇ ਨਾਮ ਜਪਦੇ ਹੈ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਦਾ ਵਾਸਾ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਦਾ ਨਾਮ ਹੈ, ਉਹ ਹੀ ਜਿਉਂਦੇ ਹਨ। ਬਾਕੀ ਸਭ ਤੁਰੇ ਫਿਰਦੇ ਮੁਰਦੇ ਹਨ। ਜਦੋਂ ਸੰਸਾਰੀ ਤੌਰ 'ਤੇ ਕਿਸੇ ਮਨੁੱਖ ਦੀ ਇੱਜ਼ਤ ਖਰਾਬ ਹੋ ਜਾਂਦੀ ਆ, ਉਹ ਡਿਸਟਰਬ ਰਹਿਣ ਲੱਗ ਜਾਂਦਾ। ਜਿਵੇਂ ਕਿ ਬਹੁਤ ਸਾਰੇ ਲੋਕ ਆਤਮ ਹੱਤਿਆ ਕਰ ਲੈਂਦੇ ਆ, ਕਿਸੇ ਨੇ ਕਰਜ਼ਾ ਦੇਣਾ ਹੈ ਉਹ ਮਰ ਜਾਂਦੇ ਆ।
ਕਿਸੇ ਨਾ ਕਿਸੇ ਤਰ੍ਹਾਂ ਦੀ ਟੈਨਸ਼ਨ ਨੂੰ ਲੈ ਕੇ ਜਦੋਂ ਬੰਦਾ ਦੁਖੀ ਹੁੰਦਾ ਤੇ ਫਿਰ ਉਹਦਾ ਜੀਅ ਕਰਦਾ ਕਿ ਮੈਂ ਮਰ ਹੀ ਜਾਵਾਂ ਇਦੋਂ ਤਾਂ। ਭਾਵ ਉਹ ਆਪਣੇ ਆਪ ਨੂੰ ਮਰਿਆ ਹੀ ਸਮਝਦਾ ਹੈ, ਉਹਦਾ ਜਿਉਣ ਨੂੰ ਜੀਅ ਨਹੀਂ ਕਰਦਾ, ਉਹਦੇ ਅੰਦਰ ਜਿਉਣ ਦਾ ਉਤਸ਼ਾਹ ਨਹੀਂ ਹੁੰਦਾ, ਜਿਉਣ ਦਾ ਚਾਅ ਨਹੀਂ ਹੁੰਦਾ। ਅਤੇ ਜਿਉਣ ਦਾ ਉਤਸ਼ਾਹ ਅਤੇ ਚਾਅ ਚੜ੍ਹਦਾ ਹੈ ਗੁਰੂ ਨਾਲ ਜੁੜ ਕੇ, ਗੁਰੂ ਵਾਲੇ ਬਣ ਕੇ, ਨਾਮ ਜਪ ਕੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸਿੱਖਾਂ ਨੂੰ ਸਮਝਾਉਂਦੇ ਹੋਏ ਦੱਸਦੇ ਹਨ ਕਿ 100 ਜੀਵਿਆ ਜਿਸ ਮਨ ਵਸਿਆ ਸੋਏ। ਉਹਨਾਂ ਨੇ ਇਹ ਜੀਵਨ ਦਾ ਲਾਹਾ ਖੱਟਿਆ, ਉਹਨਾਂ ਇਹ ਜੀਵਨ ਨੂੰ ਜਿਉਇਆ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ। ਨਾਨਕ ਅਵਰ ਨ ਜੀਵੈ ਕੋਏ, ਪਰਮੇਸ਼ਰ ਨੂੰ ਵਿਸਾਰ ਕੇ ਤਾਂ ਮੌਤ ਹੈ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਭੈਵੇਂ ਪਰਮੇਸ਼ਰ ਦਾ ਨਾਮ ਜਪਣਾ ਔਖਾ ਹੈ, ਪਰ ਆਖੇ ਬਿਨਾ ਸਰਨਾ ਨਹੀਂ, ਜਪੇ ਬਿਨਾ ਸਰਨਾ ਨਹੀਂ, ਜਪਣਾ ਚਾਹੀਏ। ਜਿਸ ਤਰ੍ਹਾਂ ਉਹਨਾਂ ਦੇ ਮਾਤਾ ਤ੍ਰਿਪਤਾ ਜੀ ਇੱਕ ਦਿਨ ਕਹਿੰਦੇ, ਪੁੱਤਰ ਹੁਣ ਤਾਂ ਅੱਧੀ ਰਾਤੋਂ ਸਮਾਂ ਲੰਘ ਗਿਆ, ਹੁਣ ਤਾਂ ਸੌਂ ਜਾ। ਅਤੇ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ, ਮਾਤਾ ਮੈਂ ਕਿਵੇਂ ਸੌਂ ਜਾਵਾਂ, ਉਹ ਦੇਖੋ ਪਪੀਹਾ ਪਿਛਲੇ ਕਈ ਮਹੀਨਿਆਂ ਤੋਂ ਪੀਓ ਦੀ ਰੱਟ ਲਾਈ ਬੈਠਾ। ਜਿਵੇਂ ਉਸ ਨੂੰ ਉਸ ਸਵਾਂਤੀ ਬੂੰਦ ਦੀ ਲੋੜ ਹੈ, ਇਸੇ ਤਰ੍ਹਾਂ ਮੈਨੂੰ ਪਰਮੇਸ਼ਰ ਦੀ ਲੋੜ ਹੈ। ਜਿੰਨਾ ਚਿਰ ਮੈਨੂੰ ਮਿਲਦਾ ਨਹੀਂ ਉਨਾ ਚਿਰ ਮੈਂ ਕਿਵੇਂ ਸੌਂ ਜਾ। ਜੇ ਮੈਂ ਉਸ ਨੂੰ ਯਾਦ ਕਰਨਾ ਭੁੱਲ ਗਿਆ ਤਾਂ ਮੇਰੀ ਮੌਤ ਹੈ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚੱਲੀਐ ਦੁਖ। ਜਦੋਂ ਨਾਮ ਜਪਣ ਦੀ ਭੁੱਖ ਲੱਗਦੀ ਹੈ ਫਿਰ ਬੰਦਾ ਖਾਂਦਾ ਅਤੇ ਉਹਦੇ ਨਾਲ ਬੜੀ ਹੀ ਅੰਦਰ ਤਾਕਤਾਂ ਮਿਲਦੀਆਂ। ਜਿਵੇਂ ਭੁੱਖ ਲੱਗੇ ਤੋਂ ਪ੍ਰਸ਼ਾਦਾ ਛਕੀਏ ਅਤੇ ਅੰਦਰ ਅਨੇਕਾਂ ਤਰ੍ਹਾਂ ਦੀਆਂ ਤਾਕਤਾਂ, ਖੂਨ ਆਦਿ ਬਣਦਾ। ਇਸੇ ਤਰ੍ਹਾਂ ਨਾਮ ਜਪਣ ਦੀ ਭੁੱਖ ਲੱਗੇ ਅਤੇ ਨਾਮ ਜਪੀਏ ਅਤੇ ਉਹ ਨਾਮ ਵੀ ਸਾਡੇ ਅੰਦਰ ਅਸਰ ਕਰਦਾ। ਸਾਡੇ ਦੁੱਖਾਂ ਦਾ ਖਾਤਮਾ ਹੋ ਜਾਂਦਾ, ਦੁੱਖਾਂ ਦੇ ਬੀਜ ਪਾਪਾਂ ਦਾ ਨਾਸ ਹੋ ਜਾਂਦਾ, ਕਿਉਂਕਿ ਬੀਜ ਤੋਂ ਹੀ ਪੌਦਾ ਪੈਦਾ ਹੁੰਦਾ। ਅਤੇ ਦੁੱਖਾਂ ਦਾ ਬੀਜ ਮਾੜੇ ਕਰਮ ਹਨ ਜਿਹੜੇ ਅਸੀਂ ਕੀਤੇ ਹੋਏ ਆ ਕਿਸੇ ਪੁਰਾਣੇ ਸਮਿਆਂ ਦੇ ਵਿੱਚ। ਔਰ ਨਾਮ ਕੀ ਕਰਦਾ, ਉਹਨਾਂ ਪਾਪਾਂ ਦੇ ਬੀਜਾਂ ਨੂੰ ਖਤਮ ਕਰ ਦਿੰਦਾ। ਫਿਰ ਬੀਜ ਉੱਗੇਗਾ ਨਹੀਂ ਅਤੇ ਫਿਰ ਫਲ ਕਿੱਥੋਂ ਦੇਵੇਗਾ। ਜਦ ਪਾਪ ਹੀ ਖਤਮ ਹੋ ਗਏ ਫਿਰ ਦੁੱਖ ਕਿੱਥੋਂ ਆਉਣਗੇ। ਇਸ ਕਰਕੇ ਕਿਣਕਾ ਏਕ ਜੇ ਜੀ ਬਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੈ। ਉਹਨਾਂ ਨੂੰ ਜਿਉਣ ਦਾ ਸਵਾਦ ਆਇਆ, ਬਾਕੀ ਤਾਂ ਬਸ ਸਮਾਂ ਲੰਘਾਉਂਦੇ ਫਿਰਦੇ ਆ, ਧਰਤੀ ਨੂੰ ਧੱਕਦੇ ਫਿਰਦੇ ਆ। 100 ਜੀਵਿਆ ਜਿਸ ਮੈਨ ਵਸਿਆ ਸੋਏ, ਨਾਨਕ ਅਵਰ ਨ ਜੀਵੈ ਕੋਏ। ਬਸ ਉਹ ਜਿਉਂਦੇ ਆ ਸਿੱਖੋ ਜਿਹੜੇ ਕਿ ਪਰਮੇਸ਼ਰ ਨਾਲ ਜੁੜੇ ਹਨ, ਉਹਨਾਂ ਨੂੰ ਜਿਉਣ ਦਾ ਸਵਾਦ ਆਇਆ, ਰਸ ਆਇਆ। ਬਾਕੀ ਤਾਂ ਸਮਾਂ ਲੰਘਾਉਂਦੇ ਆ। ਜੇ ਜੀਵੈ ਪਤ ਲੱਥੀ ਜਾਏ, ਥਾਂ ਥਾਂ 'ਤੇ ਬੇਇੱਜ਼ਤੀ ਹੁੰਦੀ ਹੋਵੇ, ਉਹਦਾ ਕਾਹਦਾ ਜਿਉਣਾ। ਅਤੇ ਬਹੁਤ ਸਾਰੇ ਲੋਕ ਫਿਰ ਜਦੋਂ ਵਾਰ ਬੇਇੱਜ਼ਤੀ ਹੁੰਦੀ ਹੈ ਮਰ ਹੀ ਜਾਂਦੇ ਆ। ਕਹਿੰਦੇ ਹੁਣ ਮਰ ਹੀ ਜਾਓ, ਮਰੇ ਤਾਂ ਫਿਰਦੇ ਆ, ਮਰ ਹੀ ਜਾਓ ਪਰੇ, ਛੱਡੋ ਇਹ ਸੰਸਾਰ ਦਾ ਖਹਿੜਾ। ਮਰ ਜਾਂਦੇ ਆ ਲੋਕ, ਆਤਮ ਹੱਤਿਆ ਕਰ ਲੈਂਦੇ ਆ। ਇਸ ਕਰਕੇ ਪਾਤਸ਼ਾਹ ਕਹਿੰਦੇ ਉਸ ਪਰਮੇਸ਼ਰ ਦਾ ਨਾਮ ਜਪਿਆ ਜਾਵੇ ਅਤੇ ਇਹ ਸਾਰੀਆਂ ਹੀ ਦੁੱਖਾਂ ਦੀ ਦਵਾਈ ਹੈ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਜੇ ਥਾਂ ਥਾਂ 'ਤੇ ਬੇਇੱਜ਼ਤੀ ਹੋਵੇ ਫਿਰ ਵੀ ਜਿਉਣਾ ਚਾਹੇ ਅਤੇ ਜਿਉਣ ਵਾਸਤੇ ਜੋ ਖਾਂਦਾ ਸਭ ਹਰਾਮ ਦਾ ਖਾਂਦਾ। ਕਹੋ ਸਤਿਨਾਮ ਸ੍ਰੀ, ਸਭ ਹਰਾਮ ਖਾਂਦਾ। ਜਿਉਣਾ ਚਾਹੁੰਦਾ ਪਰ ਜਿਉਣ ਦਾ ਸਵਾਦ ਨਹੀਂ ਹੈ, ਇੱਜ਼ਤ ਨਹੀਂ ਹੈ, ਬੇਇੱਜ਼ਤੀ ਹੁੰਦੀ ਹੈ ਥਾਂ ਥਾਂ 'ਤੇ। ਫਿਰ ਇਹੋ ਜਿਹੇ ਬੰਦੇ ਦਾ ਕਾਹਦਾ ਜਿਉਣਾ। ਮਰ ਜਾਂਦੇ ਆ ਲੋਕ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਜੀਵੈ ਪਤ ਲੱਥੀ ਜਾਏ, ਜੇ ਕਿਸੇ ਦੀ ਇੱਜ਼ਤ ਹੀ ਨਾ ਹੋਵੇ ਫਿਰ ਕਾਹਦਾ ਜਿਉਣਾ। ਸਭ ਹਰਾਮ ਜੇਤਾ ਕਿਛ ਖਾਏ। ਨਾਮ ਨੂੰ ਛੱਡ ਕੇ ਭਾਵੇਂ ਸੰਸਾਰ ਦੇ ਲੋਕਾਂ ਦੇ ਕੋਲ
ਬੇਅੰਤ ਮਾਲ ਵੀ ਹੋਵੇ, ਨਾਮ ਨਾ ਜਪੇ ਕੱਲਾ, ਬਹੁਤ ਸਾਰੀਆਂ ਸਹੂਲਤਾਂ ਹੋਣ, ਹਰ ਤਰ੍ਹਾਂ ਦੀਆਂ ਸੁੱਖ ਸੁਵਿਧਾਵਾਂ ਹੋਣ, ਪਰ ਉਹ ਨਾਮ ਨਹੀਂ ਜਪਦਾ ਤੇ ਉਹ ਵੀ ਪਾਤਸ਼ਾਹ ਜੀ ਕਹਿੰਦੇ ਸੌਖਾ ਨਹੀਂ ਹੈ, ਸੁਖੀ ਨਹੀਂ ਹੈ, ਅੰਦਰੋਂ ਦੁਖੀ ਹੈ ਉਹ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਰਾਜ ਰੰਗ ਮਾਲ ਰੰਗ, ਬੰਦੇ ਦੇ ਕੋਲ ਰੰਗ ਹੁੰਦੀ ਹੈਗੀ ਹੈ, ਸਹੂਲਤਾਂ, ਆਨੰਦ ਆ ਗਿਆ, ਰੰਗ ਲੱਗਿਆ ਘਰੇ ਜੀ, 4 ਪੁੱਤਰ ਹੈ, ਰੰਗ ਲੱਗਿਆ ਜੀ, ਗੱਡੀ ਲਿਆਂਦੀ ਰੰਗ ਲੱਗਿਆ ਜੀ, ਆਪਾਂ ਕੋਠੀ ਲੈ ਲਈ ਰੰਗ ਲੱਗਿਆ ਜੀ, ਇਹ ਦੁਨੀਆਵੀ ਰੰਗ ਹੈ ਨਾ। ਮੁੰਡਾ ਵਿਆਹ ਲਿਆ ਰੰਗ ਲੱਗ ਗਿਆ, ਬੜਾ ਦਾਜ ਦਿੱਤਾ ਰੰਗ ਲੱਗ ਗਿਆ। ਬਾਬਾ ਜੀ ਕਹਿੰਦੇ ਰੰਗ ਨਹੀਂ ਹੈਗੇ, ਰਾਜ ਰੰਗ ਮਾਲ ਰੰਗ, ਘਰ ਦੇ ਵਿੱਚ ਬੜਾ ਸਮਾਨ ਹੋਵੇ, ਉਹ ਸਮਾਨ ਨੂੰ ਲੈ ਕੇ ਬੰਦਾ ਉੱਡਿਆ ਫਿਰਦਾ, ਪਰ ਰੱਬ ਚੇਤੇ ਨਹੀਂ। ਰੰਗ ਰੱਤਾ ਨੱਚੈ ਨੰਗ, ਫਿਰ ਉਹ ਲੋਕ ਨੱਚਦੇ ਆ, ਖੁਸ਼ ਹੁੰਦੇ ਆ, ਪਰ ਉਹਨਾਂ ਨੰਗਿਆਂ ਦੀ ਤਰ੍ਹਾਂ ਜਿਨ੍ਹਾਂ ਦੇ ਕੱਪੜੇ ਨਾ ਪਾਏ ਹੋਣ, ਭਾਵ ਨਾਮ ਦਾ ਕੱਪੜਾ ਜਿਨ੍ਹਾਂ ਦੇ ਕੋਲ ਨਹੀਂ ਹੈ, ਉਹਨਾਂ ਦੀ ਇੱਥੇ ਨਾ ਉੱਥੇ ਇੱਜ਼ਤ ਨਹੀਂ ਹੋਵੇਗੀ। ਧੰਨ ਗੁਰੂ ਨਾਨਕ ਦੇਵ ਜੀ ਇੱਕ ਪਠਾਨਾਂ ਦੇ ਸ਼ਹਿਰ ਚਲੇ ਗਏ, ਇੱਕ ਨਗਰ ਦੇ ਵਿੱਚ ਜਾ ਕੇ ਬੈਠ ਗਏ, ਥੋੜ੍ਹੀ ਦੂਰੀ 'ਤੇ ਬੈਠੇ ਆ ਫਿਰਨੀ 'ਤੇ, ਥੋੜ੍ਹੀ ਦੂਰੀ 'ਤੇ ਬਾਜੇ ਵੱਜ ਰਹੇ ਆ। ਕਿਸੇ ਪਠਾਨਾਂ ਦੇ ਘਰ ਵਿੱਚ ਪੁੱਤਰ ਹੋਇਆ, ਔਰ ਲੰਬੇ ਸਮੇਂ ਬਾਅਦ ਪੁੱਤਰ ਹੋਇਆ। ਕਹਿੰਦੇ ਉਹਨਾਂ ਦੇ ਪਿੰਡ ਵਾਲੇ ਉਸ ਪਿੰਡ ਦੇ ਮੁਖੀ ਨੂੰ ਜਿਹਦੇ ਘਰ ਪੁੱਤਰ ਹੋਇਆ ਵਧਾਈਆਂ ਦੇ ਰਹੇ ਆ, ਸ਼ਰਾਬਾਂ ਚੱਲ ਰਹੀਆਂ, ਮਾਸ ਚੱਲ ਰਹੇ ਆ, ਖਾਣੇ ਖਾ ਰਹੇ ਆ ਤਰ੍ਹਾਂ ਤਰ੍ਹਾਂ ਦੇ। ਤੇ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਇਹ ਬੜੇ ਖੁਸ਼ ਆ ਲੋਕ, ਦੇਖੋ ਕਿਵੇਂ ਭੱਜੇ ਫਿਰਦੇ ਆ, ਨੱਚਦੇ ਫਿਰਦੇ ਆ। ਕਹਿੰਦੇ ਆਹੋ ਮਰਦਾਨੇ ਆ, ਮੈਂ ਦੇਖੀ ਜਾਂਦਾ। ਕਹਿੰਦੇ ਫਿਰ ਮੈਨੂੰ ਭੁੱਖ ਲੱਗੀ ਆ, ਕੁਝ ਖਾਣ ਨੂੰ ਲਿਆਵਾਂ? ਕਹਿੰਦੇ ਜਾ ਆ। ਜਦ ਮਰਦਾਨੇ ਨੇ ਉਹਨਾਂ ਦੇ ਬਾਹਰ ਜਾ ਕੇ ਕੁਝ ਖਾਣ ਨੂੰ ਮੰਗਿਆ ਤੇ ਇੱਕ ਸ਼ਰਾਬੀ ਨੇ ਧੱਕਾ ਮਾਰਿਆ ਤੇ ਡਿੱਗ ਪਿਆ ਤੇ ਵਾਪਸ ਆ ਗਏ। ਕੋਈ ਸਾਧੂ ਵੀ ਸੀ ਮਰਦਾਨੇ ਨਾਲ, ਰਸਤੇ 'ਚੋਂ ਰਲੇ ਸੀਗੇ, ਖਾਲੀ ਹੱਥ ਵਾਪਸ ਆ ਗਏ। ਬਾਬਾ ਜੀ ਕਹਿੰਦੇ ਮਹਾਰਾਜ ਇਹ ਤਾਂ ਬੜੇ ਹੀ ਸ਼ਰਾਬ ਦੇ ਵਿੱਚ ਡੱਕੇ ਹੋਏ ਆ, ਨਸ਼ਿਆਂ ਦੇ ਵਿੱਚ ਮਸਤ ਹੈ, ਨੱਚੀ ਜਾਂਦੇ ਆ। ਇਹਨਾਂ ਦੇ ਘਰੇ ਮੁੰਡਾ ਹੋਇਆ ਕੱਲ੍ਹ, ਤੇ ਦੇਖੋ ਸਾਧੂਆਂ ਦੀ ਕਦਰ ਹੀ ਨਹੀਂ ਕਰਦੇ। ਤੁਹਾਡੇ ਸੇਵਕ ਮਰਦਾਨੇ ਨੂੰ ਧੱਕਾ ਮਾਰਿਆ। ਬਾਬਾ ਜੀ ਕਹਿੰਦੇ ਮਰਦਾਨਿਆ ਅੱਜ ਹੱਸਦੇ ਆ, ਕੱਲ੍ਹ ਨੂੰ ਰੋਣਗੇ। ਉੱਥੇ ਫਿਰ ਸ਼ਬਦ ਉਚਾਰੇ ਸੀ ਇਹ, ਇੱਕ ਰੈਣ ਕੇ ਬਣਜਾਰਿਆ ਮਿੱਤਰਾ ਹੁਕਮ ਭਇਆ ਗਰਵਾਸ। ਇੱਕ ਰਾਤ ਦਾ ਬਣਜਾਰਾ ਹੀ ਹੈ ਬੱਚਾ ਇਹਨਾਂ ਦਾ। ਮਰਦਾਨਿਆ ਇੱਕ ਰਾਤ ਹੀ ਕੱਟੇਗਾ, ਕੱਲ੍ਹ ਨੂੰ ਵੇਖੀ। ਇਹ ਤਾਂ ਆਪਦਾ ਕਰਜ਼ਾ ਲੈਣ ਆਏ ਆ ਜਿਹੜੇ ਵਧਾਈਆਂ ਦੇ ਰਹੇ ਹੈ ਨਾ, ਇਹਨਾਂ ਨੇ ਕਰਜ਼ਾ ਦੇਣਾ ਇਹਨਾਂ ਦਾ। ਉਹ ਵਧਾਈਆਂ ਦੇ ਰੂਪ 'ਚ ਪੈਸੇ ਦੇ ਰਹੇ ਆ, ਉਹ ਪੈਸੇ ਇਕੱਠੇ ਕਰਕੇ ਸਾਰੇ ਉਹਦਾ ਮਾਂ ਪਿਓ ਲਈ ਜਾਂਦਾ। ਇਹ ਮਾਂ ਪਿਓ ਨੇ ਕਰਜ਼ਾ ਲੈਣਾ ਮੁੰਡੇ ਤੋਂ, ਮੁੰਡੇ ਨੇ ਲੋਕਾਂ ਤੋਂ ਲੈਣਾ, ਇੱਧਰੋਂ ਇਕੱਠਾ ਕੀਤਾ, ਇੱਧਰ ਦੇਤਾ, ਕੱਲ੍ਹ ਨੂੰ ਤੁਰ ਜੂਗਾ ਇਹ। ਉਹੀ ਗੱਲ ਹੋਈ, ਤੜਕੇ ਦਿਨ ਚੜ੍ਹਿਆ, ਉਹ ਬੱਚਾ ਤੜਕੇ ਗੁਜ਼ਰ ਗਿਆ। ਫਿਰ ਸਾਰਾ ਪਿੰਡ ਰੋਣ ਲੱਗਿਆ। ਜਦ ਸਾਰਾ ਪਿੰਡ ਰੋਣ ਲੱਗਿਆ ਤੇ ਫਿਰ ਸਾਹਮਣੇ ਬੈਠੇ ਸਾਧ ਦਿਸੇ ਤੇ ਕੁਝ ਲੋਕ ਸਾਧਾਂ ਕੋਲੇ ਆ ਗਏ, ਬਾਬਾ ਜੀ ਬਹੁਤ ਮਾੜੀ ਹੋਈ। ਕਹਿੰਦੇ ਆਹੋ ਭਾਈ, ਇਹ ਐਸੀ ਹੋਣੀ ਸੀ। ਕੱਲ੍ਹ ਸਾਡੇ ਸਾਧ ਗਏ ਸੀ ਪ੍ਰਸ਼ਾਦਾ ਮੰਗਣ, ਤੇ ਉਦੋਂ ਕਿਸੇ ਨੇ ਪ੍ਰਸ਼ਾਦਾ ਨਹੀਂ ਪੁੱਛਿਆ ਇਹਨਾਂ ਨੂੰ। ਇਹ ਰੱਬ ਦੀਆਂ ਦਾਤਾਂ ਜਿਹੜੀਆਂ ਹੁਣ ਮਿਲਦੀਆਂ ਨਾ, ਰੱਬ ਦਾ ਸ਼ੁਕਰੀਆ ਕਰਨਾ ਚਾਹੀਦਾ। ਤੁਸੀਂ ਸ਼ੁਕਰੀਆ ਕਿਵੇਂ ਕੀਤਾ? ਸ਼ਰਾਬਾਂ ਪੀ ਕੇ, ਮਾਸ ਖਾ ਕੇ, ਬੱਕਰੇ ਵੱਢ ਕੇ। ਰੱਬ ਨੇ ਤੁਹਾਨੂੰ ਪੁੱਤਰ ਦਿੱਤਾ, ਤੁਸੀਂ ਉਹਦੇ ਬੱਚੇ ਮਾਰੇ ਆ, ਚਾਹੇ ਬੱਕਰੀ ਦੇ ਮਾਰੇ ਆ, ਸਾਰੇ ਹੈ ਤਾਂ ਰੱਬ ਦੇ ਹੀ। ਕਹੋ ਸਤਿਨਾਮ ਸੀ।
ਇੱਕ ਤਾਂ ਕੁਦਰਤੀ ਮਰਨਾ ਹੋਰ ਗੱਲ ਹੈ, ਇੱਕ ਆਪਦੇ ਜੀਵ ਦੇ ਸਵਾਦਾਂ ਪਿੱਛੇ ਮਾਰਨਾ ਹੋਰ ਗੱਲ ਹੈ। ਤੁਸੀਂ ਉਹਦਾ ਮੂੰਹ ਚੜਾਉਣੇ ਹੋ, ਬਈ ਤੂੰ ਸਾਨੂੰ ਮੁੰਡਾ ਦਿੱਤਾ, ਅਸੀਂ ਤੇਰੇ ਇੰਨੇ ਬੱਚੇ ਮਾਰੇ ਆ। ਰੰਗ ਰੱਤਾ ਨੱਚੈ ਨੰਗ, ਤੇ ਇਹੋ ਜਿਹੇ ਲੋਕ ਨਾਨਕ ਠੱਗਿਆ ਮੁੱਠਾ ਜਾਏ। ਉਹ ਦੁਨੀਆ ਦੇ ਵਿੱਚ ਠੱਗੇ ਜਾਂਦੇ ਆ, ਉਹ ਸੰਸਾਰ ਦੇ ਵਿੱਚ ਠੱਗੇ ਜਾਂਦੇ ਹਨ ਔਰ ਖਾਲੀ ਹੱਥ ਚਲੇ ਜਾਂਦੇ ਹਨ, ਜਿਹੜੇ ਐਸੇ ਇਹਨਾਂ ਰੰਗਾਂ ਵਿੱਚ ਮਸਤ ਹੁੰਦੇ ਹਨ। ਬਿਨ ਨਾਵੈ ਪਤ ਗਿਆ ਗਵਾਏ, ਕਿਉਂਕਿ ਇਹਨਾਂ ਨੇ ਦੁਨੀਆ ਵਿੱਚ ਆ ਕੇ ਪਰਮੇਸ਼ਰ ਨੂੰ ਯਾਦ ਹੀ ਨਹੀਂ ਕੀਤਾ। ਇਹਨਾਂ ਨੇ ਦੁਨੀਆ ਵਿੱਚ ਆ ਕੇ ਪਰਮੇਸ਼ਰ ਨੂੰ ਯਾਦ ਹੀ ਨਹੀਂ ਕੀਤਾ, ਇਸ ਕਰਕੇ ਇਹ ਦੁਨੀਆ ਠੱਗੀ ਜਾ ਰਹੀ ਹੈ ਮਰਦਾਨਿਆਂ। ਅਸਲ ਦੇ ਵਿੱਚ ਪਤਾ ਉਦੋਂ ਲੱਗਦਾ ਜਦੋਂ ਗੱਲ ਬੀਤ ਜਾਂਦੀ ਹੈ। ਰੱਬ ਦਾ ਸ਼ੁਕਰੀਆ ਕਰਨਾ ਚਾਹੀਦਾ ਬੰਦੇ ਨੂੰ। ਰਾਜ ਰੰਗ ਮਾਲ ਰੰਗ, ਰੰਗ ਰੱਤਾ ਨੱਚੈ ਨਾਨਕ, ਰੰਗ ਰੱਤਾ ਨੱਚੈ ਨੰਗ, ਨਾਨਕ ਠੱਗਿਆ ਮੁੱਠਾ ਜਾਏ। ਬਿਨ ਨਾਵੈ ਪਤ ਗਿਆ ਗਵਾਏ, ਨਾਮ ਨਾਲ ਨਾ ਜੁੜ ਕੇ ਆਪਣੀ ਬੇਇੱਜ਼ਤੀ ਕਰਾ ਕੇ ਚਲਿਆ ਗਿਆ ਦੁਨੀਆ ਦੇ ਵਿੱਚੋਂ। ਜਿਵੇਂ ਆਸਾ ਜੀ ਕੀ ਵਾਰ ਵਿੱਚ ਲਿਖਿਆ ਹੈ, ਨੰਗਾ ਦੋਜਕ ਚਾਲਿਆ। ਕਿਉਂ ਨੰਗਾ? ਇਹ ਥੋੜ੍ਹੇ ਵੀ ਹਰੇਕ ਕੋਈ ਕੱਪੜੇ ਪਾ ਕੇ ਜਾਂਦਾ ਹੋਊਗਾ, ਨਹੀਂ, ਇਹਨਾਂ ਕੱਪੜਿਆਂ ਦੀ ਗੱਲ ਨਹੀਂ। ਨਾਮ ਦਾ ਕੱਪੜਾ ਜੀਵ ਆਤਮਾ ਨੂੰ ਨਹੀਂ ਮਿਲਿਆ। ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਨਾ, ਕਰ ਔਗਣ ਪਛੋ ਤਾਵਨਾ, ਕਰ ਔਗਣ ਪਛੋ ਤਾਵਨਾ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਤਾਂ ਉਹ ਨੰਗੇ ਦਾ ਮਤਲਬ ਹੈ ਨਾਮ ਦਾ ਕੱਪੜਾ ਨਹੀਂ ਲਿਆ, ਪ੍ਰੇਮ ਪਟੋਲਾ ਨਹੀਂ ਲਿਆ ਗੁਰੂ ਦੇ ਕੋਲੋਂ। ਪ੍ਰੇਮ ਪਟੋਲਾ ਤੈਂ ਸਹਿ ਦਿੱਤਾ ਢੱਕਣ ਕੋ ਪਤ ਮੇਰੀ, ਦਾਨਾ ਬੀਨਾ ਸਾਈਂ ਮੈਂਡਾ, ਨਾਨਕ ਸਾਰ ਨਾ ਜਾਣਾ ਤੇਰੀ। ਤੈਂਡੇ ਸਿਮਰਨ ਹਬ ਕਿਛ ਲੱਦਮ, ਬਿਖਮ ਨ ਡਿਠਮ ਕੋਈ, ਜਿਸ ਪਤ ਰੱਖੈ ਸੱਚਾ ਸਾਹਿਬ ਨਾਨਕ, ਮੇਟ ਨਾ ਸਕੈ ਕੋਈ। ਜਿਨ੍ਹਾਂ ਦੀ ਇੱਜ਼ਤ ਉਹ ਪਰਮੇਸ਼ਰ ਰੱਖੇ, ਉਹਨੂੰ ਕੌਣ ਮੇਟ ਸਕਦਾ ਹੈ? ਤੇ ਜਿਨ੍ਹਾਂ ਦੀ ਪਰਮੇਸ਼ਰ ਇੱਜ਼ਤਾਂ ਰੱਖੇ, ਉਹਨਾਂ ਦੀ ਕੌਣ ਰੱਖ ਸਕਦਾ ਹੈ? ਕਹੋ ਸਤਨਾਮ ਸ੍ਰੀ। ਇਸ ਕਰਕੇ ਰੰਗ ਰੱਤਾ ਨੱਚੈ ਨੰਗ, ਇਸ ਮਨੁੱਖ ਦੇ ਕੱਪੜੇ ਹੀ ਨਹੀਂ ਪਾਏ, ਨਾਮ ਦਾ ਕੱਪੜਾ ਨਹੀਂ ਇਹਦੇ ਕੋਲੋਂ। ਇਹ ਆਪਣੀ ਮਸਤੀ ਦੇ ਵਿੱਚ ਮਸਤ ਹੋਇਆ ਨੱਚੀ ਜਾਂਦਾ ਹੈ। ਦੂਜੇ ਦਿਨ ਫਿਰ ਲੋਕ ਇਕੱਠੇ ਹੋ ਕੇ ਸਾਰੇ ਪਠਾਨ ਬਾਬੇ ਨਾਨਕ ਹੋਰਾਂ ਕੋਲੇ ਆ ਗਏ, ਸਾਹਮਣੇ ਬੈਠੇ ਸੀ ਫਿਰਨੀ ਤੇ। ਫਿਰ ਬਾਬਾ ਜੀ ਨੇ ਸ਼ਬਦ ਉਚਾਰਿਆ ਸੀ ਉੱਥੇ, ਇੱਕ ਰੈਣ ਕੇ ਵਣਜਾਰਿਆ ਮਿੱਤਰਾ, ਹੁਕਮ ਭਇਆ ਗਰਵਾਸ। ਫਿਰ ਜਨਮ ਹੋ ਗਿਆ, ਹੱਥੋਂ ਹੱਥ ਨਚਾਈਆ ਵਣਜਾਰਿਆ ਮਿੱਤਰਾ, ਜਿਉਂ ਜਸੋਦਾ ਕਰ ਕਾਣ। ਜਿਵੇਂ ਜਸੋਦਾ ਦੇ ਘਰੇ ਕ੍ਰਿਸ਼ਨ ਨੂੰ ਸਾਰੇ ਪਿਆਰ ਕਰਦੇ ਸੀ, ਫਿਰ ਲੋਕ ਐਂ ਚੱਕਦੇ ਆ, ਕਦੇ ਭੈਣ ਨੇ ਚੱਕ ਲਿਆ, ਕਦੇ ਭਰਾ ਨੇ ਚੱਕ ਲਿਆ, ਕਦੇ ਗੁਆਂਢ ਨੇ ਚੱਕ ਲਿਆ, ਕਦੇ ਚਾਚਿਆਂ ਤਾਇਆਂ ਨੇ ਚੱਕ ਲਿਆ। ਮੇਰਾ ਮੇਰਾ ਕਰ ਪਾਲੀ ਹੈ, ਹਾਏ ਮੇਰਾ ਕਰਕੇ ਦੁਨੀਆ ਫਿਰ ਬੱਚੇ ਨੂੰ ਵੱਡਾ ਕਰਦੀ ਹੈ। ਤੋ ਇਸ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ, ਪਰ ਉਸ ਪਰਮੇਸ਼ਰ ਦਾ ਸ਼ੁਕਰੀਆ ਨਹੀਂ ਕਰਦਾ ਬੰਦਾ। ਦਾਤਾਂ ਲੈ ਕੇ ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੈ ਨਾਹੀ ਮਰਨ ਵਿਚਾਰਾ। ਪ੍ਰੀਤਮ ਜੀ ਕਹਿੰਦੇ, ਸਿੱਖੋ ਇੱਥੇ ਬਸ ਉਹੀ ਜਿਉਂਦਾ ਜਿਹੜਾ ਨਾਮ ਜਪਦਾ, ਬਾਕੀ ਸਭ ਮੁਰਦੇ ਹੀ ਫਿਰਦੇ ਆ, ਲੋਥਾਂ ਹੀ ਫਿਰਦੀਆਂ, ਲਾਸ਼ਾਂ ਹੀ ਫਿਰਦੀਆਂ। ਰੰਗ ਰੱਤਾ ਨੱਚੈ ਨੰਗ, ਨਾਨਕ ਠੱਗਿਆ ਮੁੱਠਾ ਜਾਏ। ਬਿਨ ਨਾਵੈ ਪਤ ਗਿਆ ਗਵਾਏ। ਮਹੱਲਾ ਪਹਿਲਾ। ਅਗਲਾ ਸ਼ਬਦ ਹੈ ਗੁਰੂ ਪਿਆਰਿਓ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ। ਕਿਆ ਖਾਧਾ ਕਿਆ ਪੈਦਾ ਹੋਏ। ਇਹ ਖਾਣਾ ਹੈਗਾ ਨੋਰਮਲ, ਭੁੱਖ ਨੂੰ ਖਤਮ ਕਰਨ ਵਾਸਤੇ। ਇਹ ਖਾਣਾ ਹੈ ਸਵਾਦਾਂ ਵਾਸਤੇ। ਇਹ ਕੱਪੜਾ ਹੈ ਸਰੀਰ ਨੂੰ ਢੱਕਣ ਦੀ ਲੋੜ ਹੈ। ਇੱਕ ਕੱਪੜਾ ਗੁਰੂ ਪਿਆਰਿਓ ਸ਼ੌਕੀਨੀਆਂ ਦੇ ਨਾਲ ਪਾਉਣਾ, ਮਹਿੰਗਾ ਲੈ ਕੇ, ਬਹੁਤ ਮਹਿੰਗਾ।
ਜਾਂ ਮਨ ਨਾਹੀ ਸੱਚਾ ਸੋਏ, ਚੰਗੀ 36 ਪ੍ਰਕਾਰ ਦੇ ਭੋਜਨ ਖਾਣੇ, ਮਹਿੰਗੇ ਮਹਿੰਗੇ ਵਸਤਰ ਪਹਿਨੇ, ਪਰ ਨਾਮ ਨਾ ਜਪਣਾ, ਉਹਦਾ ਸ਼ੁਕਰੀਆ ਨਾ ਕਰਨਾ, ਫਿਰ ਕਹਿੰਦੇ ਇਹ ਚੰਗੇ ਖਾਣ ਦਾ ਵੀ ਕੋਈ ਫਾਇਦਾ ਨਹੀਂ, ਚੰਗੇ ਪਹਿਨਣ ਦਾ ਵੀ ਕੋਈ ਫਾਇਦਾ ਨਹੀਂ। ਇਹ ਵੀ ਤਾਂ ਹੀ ਸੋਹਣੇ ਲੱਗਦੇ ਆ ਜੇ ਰੱਬ ਨਾਲ ਜੁੜਿਆ ਹੋਵੇ ਬੰਦਾ। ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜਿਸ ਵੇਲੇ ਆਪਣੇ ਸਮੇਂ ਦੇ ਮੁਤਾਬਕ ਸੰਸਾਰ ਨੂੰ ਤਾਰਨ ਲੱਗੇ ਤੇ ਔਰੰਗਜ਼ੇਬ ਨੇ ਇਹਨਾਂ ਨੂੰ ਦਿੱਲੀ ਬੁਲਾਉਣਾ ਚਾਹਿਆ। ਸੱਤਵੇਂ ਪਾਤਸ਼ਾਹ ਜੀ ਨੇ ਪਰਨ ਕਰ ਲਿਆ ਸੀਗਾ ਵੀ ਅਸੀਂ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦੇਣੇ। ਇਹੀ ਬਚਨ ਉਹਨਾਂ ਨੇ ਅੱਗੇ 8ਵੇਂ ਨੂੰ ਵੀ ਕਹਿਤਾ ਵੀ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦੇਣੇ। ਤਾਂ ਹੁਣ ਉੱਥੇ ਰਾਮ ਰਾਏ ਗਿਆ ਹੋਇਆ ਸੀ ਦਿੱਲੀ, ਤੇ ਰਾਮ ਰਾਏ ਨੇ ਕਹਿ ਦਿੱਤਾ ਜਦੋਂ ਪਤਾ ਲੱਗਿਆ ਵੀ ਸੱਤਵੇਂ ਪਿਤਾ ਨੇ, ਗੁਰੂ ਜੀ ਨੇ ਗੱਦੀ ਮੇਰੇ ਛੋਟੇ ਭਰਾ ਨੂੰ ਦੇਤੀ ਆ। ਉਹ ਈਰਖਾ ਕਰਨ ਲੱਗਿਆ। ਉਹਨੂੰ ਆਏ ਸੀ ਕਿ ਮੇਰੇ ਅੰਦਰ ਕਰਾਮਾਤੀ ਸ਼ਕਤੀਆਂ ਬੜੀਆਂ ਦਿੱਤੀਆਂ ਸੀ ਸੱਤਵੇਂ ਪਾਤਸ਼ਾਹ ਨੇ, ਤੇ ਔਰੰਗਜ਼ੇਬ ਮੇਰੇ ਤੇ ਬੜਾ ਖੁਸ਼ ਹੈ। ਤੇ ਇੱਕ ਦਿਨ ਕਹਿੰਦਾ ਮੇਰੇ ਛੋਟੇ ਭਰਾ ਨੂੰ ਗੱਦੀ ਦੇਤੀ ਆ, ਉਹ ਤੋਂ ਸ਼ਕਤੀਆਂ ਵੇਖੋ ਕਿੰਨੀਆਂ ਕੁ ਹੈ। ਮਕਸਦ ਸੀ ਉਸ ਦਾ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਨੂੰ ਝੂਠੇ ਪਾਉਣਾ ਜਾਂ ਬੇਅਦਬੀ ਕਰਾਉਣਾ। ਉਹਨੇ ਸੁਨੇਹਾ ਭੇਜਿਆ ਵੀ ਆਪ ਜੀ ਸਾਡੇ ਕੋਲ ਆਓ, ਦਿੱਲੀ ਆ ਕੇ ਦਰਸ਼ਨ ਦਿਓ। ਤਾਂ ਹਰਿਕ੍ਰਿਸ਼ਨ ਮਹਾਰਾਜ ਜੀ ਨਾ ਗਏ। ਫਿਰ ਉਸਨੇ ਆਪਣੇ ਰਾਜੇ ਨੂੰ ਭੇਜਿਆ, ਛੋਟੇ ਰਾਜੇ ਨੂੰ, ਰਾਜਾ ਜੈ ਸਿੰਘ ਨੂੰ, ਜਿਸ ਦਾ ਮਹਿਲ ਸੀ ਉਹ ਗੁਰਦੁਆਰਾ ਬੰਗਲਾ ਸਾਹਿਬ ਕੋ ਸਤਨਾਮ ਸ੍ਰੀ। ਉਹ ਰਾਜਾ ਫਿਰ ਆਇਆ, ਬੇਨਤੀ ਕਰਕੇ ਲੈ ਗਿਆ ਜੀ ਸੰਗਤਾਂ ਦਰਸ਼ਨ ਕਰਨਾ ਚਾਹੁੰਦੀਆਂ ਦਿੱਲੀ ਦੀਆਂ, ਤੁਸੀਂ ਦਿੱਲੀ ਚਰਨ ਪਾਓ। ਤੇ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਕਹਿੰਦੇ ਵੇਖ ਦਿੱਲੀ ਅਸੀਂ ਨਹੀਂ ਜਾਣਾ। ਉਹਨੇ ਕਾਫੀ ਮਿੰਨਤਾਂ ਕੀਤੀਆਂ, ਕਹਿੰਦੇ ਚੱਲ ਤੇਰੇ ਕਹਿ ਕੇ ਸੰਗਤਾਂ ਦੇ ਕਰਕੇ ਚੱਲ ਵੜਦੇ ਹਾਂ, ਪਰ ਅਸੀਂ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦੇਣੇ। ਸਾਡੇ ਤੇ ਜ਼ੋਰ ਨਾ ਪਾਈ, ਉੱਥੇ ਜਾ ਕੇ ਵੀ ਔਰੰਗਜ਼ੇਬ ਨੂੰ ਮਿਲੋ ਜੀ। ਕਹਿੰਦਾ ਜੀ ਤੁਹਾਡੀ ਮਰਜ਼ੀ ਆ, ਉੱਥੇ ਜਾ ਕੇ ਜੋ ਮਰਜ਼ੀ ਕਰਿਓ, ਮੈਂ ਨਹੀਂ ਕਹਿੰਦਾ ਮਿਲਣ ਵਾਸਤੇ। ਕਹਿੰਦੇ ਵਾਅਦਾ ਕਰ ਅਸੀਂ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦੇਣੇ। ਕਹਿੰਦੇ ਜੀ ਠੀਕ ਆ। ਚਲੋ ਹਰਿਕ੍ਰਿਸ਼ਨ ਜੀ ਫਿਰ ਰਾਜਾ ਜੈ ਸਿੰਘ ਨਾਲ ਦਿੱਲੀ ਚਲੇ ਗਏ ਤੇ ਦਿੱਲੀ ਰਾਜੇ ਦੇ ਬੰਗਲੇ ਵੱਲ ਚਲੇ ਗਏ। ਉਤਾਰਾ ਕੀਤਾ ਜਿੱਥੇ ਸਤਿਗੁਰਾਂ ਦਾ। ਔਰੰਗਜ਼ੇਬ ਨੇ ਕਈ ਵਾਰੀ ਸੁਨੇਹੇ ਭੇਜੇ ਕਿ ਮਹਾਰਾਜ ਮੇਰੇ ਮਹਿਲਾਂ ਚਰਨ ਪਾ ਕੇ ਦਰਸ਼ਨ ਦਿਓ, ਤੇ ਹਰਿਕ੍ਰਿਸ਼ਨ ਮਹਾਰਾਜ ਜੀ ਜਵਾਬ ਦੇ ਦਿੰਦੇ ਮੈਂ ਉਹਦੇ ਮਹਿਲਾਂ 'ਚ ਨਹੀਂ ਜਾਣਾ, ਨਾ ਉਹਨੂੰ ਦਰਸ਼ਨ ਦੇਣੇ। ਫਿਰ ਉਸਨੇ ਬੇਨਤੀ ਕੀਤੀ ਵੀ ਚੱਲ ਕੋਈ ਉਪਦੇਸ਼ ਹੀ ਦੇ ਦਿਓ ਮੈਨੂੰ। ਹਰਿਕ੍ਰਿਸ਼ਨ ਜੀ ਨੂੰ ਫਿਰ ਸੁਨੇਹਾ ਭੇਜਿਆ ਵੀ ਮਹਾਰਾਜ ਚਲੋ ਫਿਰ ਆਪਣੇ ਘਰ ਦਾ ਕੋਈ ਉਪਦੇਸ਼ ਬਖਸ਼ ਦਿਓ। ਤੇ ਫਿਰ ਉੱਥੇ ਪਾਤਸ਼ਾਹ ਜੀ ਨੇ ਆਹ ਸ਼ਬਦ ਲਿਖ ਕੇ ਭੇਜਿਆ ਔਰੰਗਜ਼ੇਬ ਨੂੰ, ਜਿਹੜਾ ਆਪਾਂ ਹੁਣ ਪੜ੍ਹਦੇ ਹਾਂ। ਮਹੱਲਾ ਪਹਿਲਾ। ਕਿਆ ਖਾਧੈ ਕਿਆ ਪੈਦਾ ਹੋਏ, ਕਿਆ ਚੰਗਾ ਖਾਣਾ, ਕਿਆ ਚੰਗਾ ਪਹਿਨਣਾ, ਇਹਦੇ ਨਾਲ ਕੀ ਹੋਵੇਗਾ। ਜਾਂ ਮਨ ਨਾਹੀ ਸੱਚਾ ਸੋਏ, ਜੇ ਮਨੁੱਖ ਦੇ ਹਿਰਦੇ ਵਿੱਚ ਨਾਮ ਨਹੀਂ ਹੈ, ਜੇ ਮਨੁੱਖ ਨਾਮ ਨਹੀਂ ਜਪਦਾ, ਉਹ ਸੱਚੇ ਨਾਲ ਨਹੀਂ ਜੁੜਦਾ, ਫਿਰ ਇਸ ਸੰਸਾਰ ਦੀਆਂ ਸਹੂਲਤਾਂ ਦਾ ਕੀ ਫਾਇਦਾ ਜਿਹੜੀਆਂ ਤੈਨੂੰ ਰੱਬ ਨੇ ਦਿੱਤੀਆਂ। ਕੋ ਸਤਨਾਮ। ਕਿਉਂਕਿ ਔਰੰਗਜ਼ੇਬ ਜਿਹੜਾ ਹੈ ਭਾਰਤ ਵਾਸੀਆਂ ਨੂੰ ਮੁਸਲਮਾਨ ਬਣਾਉਣ 'ਤੇ ਤੁਲਿਆ ਹੋਇਆ ਸੀ, ਬੜਾ ਤਪੱਸਵੀ ਹੋ ਗਿਆ ਤੇ ਬਹੁਤ ਸਾਰੇ ਸਾਧੂਆਂ ਸੰਤਾਂ ਨੂੰ ਮਾਰਿਆ ਇਸ ਨੇ। ਬਸ ਉਹਨੂੰ ਉਹੀ ਚੰਗੇ ਲੱਗਦੇ ਜਿਹੜੇ ਮੁਸਲਮਾਨ ਬਣ ਜਾਂਦੇ, ਬਾਕੀਆਂ ਨੂੰ ਮਾਰ ਦਿੰਦਾ। ਇੱਥੋਂ ਤੱਕ ਕਿ ਗੱਦੀ ਦੇ ਲਾਲਚ ਵਿੱਚ ਆਪਣੇ ਭਰਾ ਦਾਰਾ ਸ਼ਿਕੋਹ ਨੂੰ ਵੀ ਮਾਰਤਾ, ਜਿਹੜਾ ਰੱਬ ਦਾ ਪਿਆਰਾ ਸੀ ਬੰਦਾ। ਆਪਣੇ ਪਿਤਾ ਸ਼ਾਹਜਹਾਂ ਨੂੰ ਕੈਦ ਕਰਤਾ। ਫਿਰ ਗੱਦੀ 'ਤੇ ਬੈਠਾ ਸੀ। ਧੰਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਫਿਰ ਲਿਖ ਕੇ ਭੇਜਣ ਆਹ ਉਪਦੇਸ਼ ਉਹਨਾਂ ਨੂੰ, ਜੋ ਬਾਬੇ ਨਾਨਕ ਨੇ ਉਚਾਰਨ ਕੀਤਾ ਇਹ ਸ਼ਬਦ। ਇਹ ਸ਼ਬਦ ਲਿਖਵਾ ਕੇ ਭੇਜਦੇ ਆ। ਕਿਆ ਖਾਧੇ ਕਿਆ ਪੈਦਾ ਹੋਏ, ਜਾਂ ਮਨ ਨਾਹੀ ਸੱਚਾ ਸੋਏ, ਕਿਆ ਮੇਵਾ ਕਿਆ ਘਿਓ ਗੁੜ ਮਿੱਠਾ। ਮੇਵੇ ਖਾਣੇ, ਫਲ ਫਰੂਟ ਖਾਣੇ, ਘਿਓ ਗੁੜ ਮਿੱਠੇ ਮਠਿਆਈਆਂ ਖਾਣੀਆਂ, ਕਿਆ ਮੈਦਾ ਕਿਆ ਮਾਸ। ਇਸ ਦਾ ਮਤਲਬ ਇਹ ਨਹੀਂ ਕਿ ਜਿਹੜੀ ਆਪਾਂ ਆਮ ਪ੍ਰਸ਼ਾਦਾ ਛਕਦੇ ਹਾਂ ਉਸ ਤੋਂ ਵਰਜਿਆ, ਉਹਦਾ ਖੰਡਨ ਕੀਤਾ ਨਹੀਂ।
ਇਹ ਉਹਨਾਂ ਚੀਜ਼ਾਂ ਦਾ ਖੰਡਨ ਕੀਤਾ ਜਦੋਂ ਬੰਦੇ ਕੋਲੇ ਸਹੂਲਤਾਂ ਬਹੁਤ ਹੋਣ ਪਰ ਰੱਬ ਨੂੰ ਯਾਦ ਨਾ ਕਰੇ। ਘਰ ਦੇ ਵਿੱਚ 36 ਪ੍ਰਕਾਰ ਦੇ ਭੋਜੇ ਹੁਣ ਖਾਣ ਵਾਸਤੇ, ਮੇਵਾ, ਘਿਓ, ਗੁੜ, ਮਿੱਠਾ, ਮਿਠਾਸ ਵਾਲੇ ਪਦਾਰਥ, ਸੋਹਣੇ ਕੱਪੜੇ ਪਾਉਣੇ, ਵਸਤਰ ਪਾਉਣੇ, ਕਿਆ ਕੱਪੜ ਕਿਆ ਸੇਜ ਸੁਖਾਲੀ, ਪੋਲੀਆਂ ਸੇਜਾਂ 'ਤੇ ਸੌਣਾ, ਗੱਦਿਆਂ 'ਤੇ ਸੌਣਾ, ਚੰਗੇ ਵਸਤਰ ਪਹਿਨਣੇ। ਇੱਕ ਸੇਜ ਹੁੰਦੀ ਆ ਆਰਾਮ ਕਰਨ ਵਾਸਤੇ ਮੰਜਾ, ਪਲੰਗਾ, ਕੁਛ ਵੀ ਜੋ ਵੀ ਰੱਬ ਨੇ ਦਿੱਤਾ। ਤੇ ਦੂਸਰਾ ਆਪਣੀ ਸ਼ੌਕੀਨੀਆਂ ਪੂਰੀਆਂ ਕਰਨ ਵਾਸਤੇ ਮਹਿੰਗੇ ਮਹਿੰਗੇ ਬੈੱਡ ਲੈਣੇ, ਮਹਿੰਗੇ ਮਹਿੰਗੇ ਗੱਦੇ ਵਿਛਾਉਣੇ ਉੱਤੇ, ਔਰ ਉਹਨਾਂ 'ਤੇ ਬੈਠ ਕੇ ਨਾਮ ਨਹੀਂ ਜਪਣਾ। ਕੀਜੈ ਭੋਗ ਵਿਲਾਸ, ਭੋਗ ਵਿਲਾਸ ਵਿਸ਼ੇ ਵਿਕਾਰਾਂ ਨੂੰ ਭੋਗਣ ਵਾਸਤੇ ਤਰ੍ਹਾਂ ਤਰ੍ਹਾਂ ਦੇ ਘਰ ਦੇ ਵਿੱਚ ਸਹੂਲਤਾਂ ਪੈਦਾ ਕਰਨੀਆਂ। ਮਹਾਰਾਜ ਨੇ ਗ੍ਰਸਤੀ ਜੀਵਨ ਨੂੰ ਮਾੜਾ ਨਹੀਂ ਕਿਹਾਗਾ, ਪਰ ਔਰੰਗਜ਼ੇਬ ਵਰਗੇ ਨਾ ਰਾਜਿਆਂ ਦੇ ਘਰਾਂ ਦੇ ਵਿੱਚ ਇੱਕ ਇਸਤਰੀ ਨਹੀਂ, ਬੇਅੰਤ ਹੀ ਇਹਨਾਂ ਦੇ ਕੋਲ ਇਸਤਰੀਆਂ ਰੱਖੀਆਂ ਹੁੰਦੀਆਂ ਸੀ। ਆ ਕੈਪਟਨ ਕਾ ਵੱਡਾ ਇੱਕ ਰਾਜਾ ਸੀ ਜਿਹਦੀਆਂ 365 ਨਾਰੀਆਂ ਸੀ, ਕੋ ਸਤਨਾਮ ਸੀ। ਬਾਬਾ ਜੀ ਕਹਿੰਦੇ ਕੀ ਇਹਨਾਂ ਚੀਜ਼ਾਂ ਦਾ ਫਾਇਦਾ ਹੈ ਜੇ ਰੱਬ ਨੂੰ ਚੇਤੇ ਨਹੀਂ ਕਰਨਾ ਤੁਸੀਂ। ਕਿਆ ਕੱਪੜ ਕਿਆ ਸੇਜ ਸੁਖਾਲੀ, ਕੀਮਤੀ ਵਸਤਰ ਪਹਿਨਣੇ, ਪੋਲੀਆਂ ਛੇਜਾਂ 'ਤੇ ਸੌਣਾ। ਕੀਜੈ ਭੋਗ ਵਿਲਾਸ, ਰੱਬ ਨੂੰ ਭੁਲਾ ਕੇ। ਭੋਗ ਦੇ ਦੋ ਅਰਥ ਹੈ, ਕਾਮ ਵਾਸ਼ਨਾ ਵੀ ਹੈ। ਭੋਗ ਦਾ ਅਰਥ ਭੋਜਨਾਂ ਨੂੰ ਵੀ ਕਹਿੰਦੇ ਆ, ਤਰ੍ਹਾਂ ਤਰ੍ਹਾਂ ਦੇ ਸਵਾਦਲੇ ਭੋਜਨ ਖਾਣੇ, ਵਿਲਾਸ ਕੌਤਕ ਕਰਨੇ। ਕਿਆ ਲਸ਼ਕਰ ਕਿਆ ਨੇਵ ਖਵਾਸੀ, ਲਸ਼ਕਰ ਫੌਜਾਂ ਰੱਖਣ ਦਾ ਕੀ ਫਾਇਦਾ। ਸਤਿਗੁਰੂ ਪਾਤਸ਼ਾਹ ਜੀ ਉਹਨੂੰ ਕਹਿ ਰਹੇ ਹਨ, ਕਿਆ ਲਸ਼ਕਰ ਕਿਆ ਨੇਵ ਖਵਾਸੀ, ਹਕੂਮਤਾਂ ਦਾ ਸਾਜੋ ਸਮਾਨ ਹੋਣਾ। ਜਿਵੇਂ ਹੁਣ ਰੂਸ ਦੇ ਰਾਜੇ ਦੀ ਗੱਲ ਕਰੀਏ, ਠੀਕ ਹੈ, ਇਹਦੇ ਕੋਲੇ ਸਭ ਤੋਂ ਵੱਡੇ ਵੱਡੇ ਬੰਬ ਹੈ, ਦੁਨੀਆ ਡਰਦੀ ਆ, ਪਰ ਇਸਨੇ ਕਿਤਨੇ ਲੋਕਾਂ ਦਾ ਕਤਲੇਆਮ ਕਰ ਦਿੱਤਾ। ਇਹਨੂੰ ਕੋਈ ਰੱਬ ਸ਼ਾਬਾਸ਼ੀ ਥੋੜ੍ਹਾ ਹੀ ਦੇਊਗਾ, ਕੋਈ ਸਤਨਾਮ ਸੀ, ਸ਼ਾਬਾਸ਼ੀ ਤਾਂ ਨਹੀਂ ਦਿੰਦਾ ਨਾ ਇਸ ਨੂੰ। ਇਸਨੇ ਆਪਣੀ ਗੁਰੂ ਪਿਆਰੋ ਹੈਂਕੜ ਵਿਖਾਉਣ ਵਾਸਤੇ ਦੁਨੀਆ ਦੇ ਉੱਤੇ ਇੱਕ ਪੂਰਾ ਦੇਸ਼ ਖਤਮ ਕਰਤਾ, ਮਾਰ ਮਾਰ ਕੇ ਲੋਕਾਂ ਨੂੰ। ਕਿੰਨੀ ਦੁਨੀਆ ਦੁਖੀ ਕੀਤੀ ਹੈ ਇਸ ਬੰਦੇ ਨੇ। ਤੇ ਇਸੇ ਤਰ੍ਹਾਂ ਦਾ ਔਰੰਗਜ਼ੇਬ ਸੀਗਾ। ਤੇ ਫਿਰ ਇਹੋ ਜਿਹਿਆਂ ਦੇ ਵਾਸਤੇ ਬਾਬੇ ਨਾਨਕ ਨੇ ਸ਼ਬਦ ਉਚਾਰਨ ਕੀਤਾ, ਕਿਆ ਲਸ਼ਕਰ ਰੱਖਣੇ, ਫੌਜਾਂ ਰੱਖਣੀਆਂ। ਨੇਵ ਖਵਾਸੀ, ਚੌਕਦਾਰ ਰੱਖਣੇ, ਮੂਹਰੇ ਤੁਰਦੇ ਆ ਜਿਹੜੇ ਰਾਜਿਆਂ ਦੇ ਰਸਤਾ ਸਾਫ਼ ਕਰਨ ਵਾਸਤੇ ਡੰਡਾ ਲੈ ਕੇ। ਖਵਾਸੀ ਹੁੰਦੇ ਚੌਰ ਕਰਨ ਵਾਲੇ। ਕਿਆ ਲਸ਼ਕਰ ਕਿਆ ਨੇਵ ਖਵਾਸੀ, ਆਵੈ ਮਹਿਲੀ ਵਾਸ। ਕੀ ਇਹੋ ਜਿਹੇ ਮਹਿਲਾਂ ਦਾ ਫਾਇਦਾ ਜਿਨ੍ਹਾਂ ਦੇ ਵਿੱਚੋਂ ਖੁਸ਼ਬੂਆਂ ਤਾਂ ਆਉਂਦੀਆਂ ਹੋਣ ਪਰ ਨਾਮ ਨਾ ਹੋਵੇ। ਭਲੀ ਸੁਹਾਵੀ ਛਾਪਰੀ, ਜਾਵੈ ਹਰ ਗੁਣ ਗਾਏ। ਕਿਤ ਹੀ ਕਾਮ ਨਾ ਧੌਲ, ਹਰ ਜਿਤ ਹਰ ਵਿਸਰਾਏ। ਉਹ ਧੌਲਰ, ਪਹਿਲਾਂ ਧੌਲਰ ਕਹਿੰਦੇ ਸੀਗੇ, ਹੁਣ ਆਪਾਂ ਕੋਠੀ ਕਹਿ ਦਿੰਦੇ ਹਾਂ, ਕਹੋ ਸਤਨਾਮ ਮਹਿਲ ਕਹਿ ਦਿੰਦੇ ਹਾਂ। ਕਿਤ ਹੀ ਕਾਮ ਨਾ ਧੌਲ, ਹਰ ਜਿਤ ਹਰ ਵਿਸਰਾਏ। ਅੰਡ ਗਰੀਬੀ ਸਾਧ ਸੰਗ, ਜਿਤ ਪ੍ਰਭ ਚਿਤ ਆਏ। ਜਲ ਜਾਓ ਇਹ ਵਡਪਣਾ, ਦੇਖੋ ਪਾਤਸ਼ਾਹ ਕਹਿੰਦੇ ਜਲ ਜਾਓ, ਮੱਚ ਜਾਵੇ ਵਡਪਣਾ। ਜਲ ਜਾਓ ਇਹ ਵਡਪਣਾ, ਜਿਤ ਮਾਇਆ ਲਪਟਾਏ। ਜੇ ਬੰਦਾ ਮਾਇਆ ਹੀ ਮਾਇਆ ਕਰੀ ਜਾਂਦਾ, ਮੱਚ ਜਾਵੇ ਇਹੋ ਜਿਹੀਆਂ ਵਡਿਆਈਆਂ, ਇਹੋ ਜਿਹੀ ਅਮੀਰੀ ਖਤਮ ਹੋ ਜਾਵੇ, ਅੱਗ ਲੱਗੇ ਇਹੋ ਜਿਹੀਆਂ ਚੀਜ਼ਾਂ ਨੂੰ। ਦੁਨੀਆ ਕੀ ਵਡਿਆਈਆਂ ਅਗਨੀ ਮੈਂ ਪਾਗੋ, ਜੋ ਮਿਲੇ ਪਿਆਰਾ ਆਪਣਾ ਤੇ ਬੋਲ ਕਰਾਗੋ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਭਲਿਓ ਆਓ ਉਸ ਰੱਬ ਦੇ ਨਾਲ ਜੁੜੀਏ। ਔਰੰਗਜ਼ੇਬ ਕਹਿੰਦਾ ਕੋਈ ਉਪਦੇਸ਼ ਦੇ ਦਿਓ, ਕਹਿੰਦਾ ਸੁਣ ਲਾ। ਕਿਆ ਲਸ਼ਕਰ ਕਿਆ ਨੇਵ ਖਵਾਸੀ, ਆਵੈ ਮਹਿਲੀ ਵਾਸ। ਮਹਿਲਾਂ ਵਿੱਚ ਸੈਂਟ ਛਿੜਕੇ ਹੋਣ, ਖੁਸ਼ਬੂਆਂ ਆਉਂਦੀਆਂ ਹੋਣ, ਅਤਰ ਫਲੇਲ ਛਿੜਕੇ ਹੋਣ। ਨਾਨਕ ਸੱਚੇ ਨਾਮ ਬਿਨ, ਜੇ ਨਾਮ ਨਹੀਂ ਜਪਦਾ,
ਸਭੇ ਟੋਲ ਵਿਨਾਸ਼। ਟੋਲ ਹੁੰਦਾ ਵਸਤੂਆਂ, ਇਹ ਸਭ ਕੁਝ ਖਾਤਮਾ ਹੀ ਆ, ਐਵੇਂ ਹੀ ਆ ਸਮਝੋ, ਇਹਦਾ ਕੋਈ ਫਾਇਦਾ ਨਹੀਂ ਹੈ। ਧੰਨ ਗੁਰੂ ਨਾਨਕ ਦੇਵ ਜੀ ਦਾ ਇਹ ਫਰਮਾਨ ਸਾਡੇ ਵਾਸਤੇ ਵੀ ਆ। ਤੇ ਉਸ ਵੇਲੇ ਹਰਕ੍ਰਿਸ਼ਨ ਮਹਾਰਾਜ ਜੀ ਨੇ ਔਰੰਗਜ਼ੇਬ ਨੂੰ ਵੀ ਇਹੀ ਸ਼ਬਦ ਲਿਖ ਕੇ ਭੇਜਿਆ ਸੀ, ਕਹਿੰਦੇ ਇਹਦੇ ਅਰਥ ਕਰ ਲਾ, ਸਮਝ ਲੈ ਇਹਦਾ ਕੀ ਫਾਇਦਾ। ਕਿਆ ਲਸ਼ਕਰ ਕਿਆ ਨੇਵ ਖਵਾਸੀ, ਆਵੇ ਮਹਿਲੀ ਵਾਸ, ਨਾਨਕ ਸੱਚੇ ਨਾਮ ਬਿਨ ਸਭੇ ਟੋਲ ਵਿਨਾਸ਼। ਪਵੜੀ, ਪਵੜੀ ਤੇ ਪੌੜੀ ਇਹਦਾ ਇੱਕੋ ਹੀ ਮਤਲਬ ਹੈ। ਪਵੜੀ ਜਾਤੀ ਦੇ ਕਿਆ ਹੱਥ ਸੱਚ ਪਰਖੀ ਹੈ। ਹੁਣ ਔਰੰਗਜ਼ੇਬ ਇਸ ਚੱਕਰ 'ਚ ਪਿਆ ਹੋਇਆ ਸੀ ਨਾ, ਬਈ ਮੁਸਲਮਾਨ ਚੰਗੇ ਆ, ਹਿੰਦੂ ਮਾੜੇ ਆ, ਜਾਂ ਹਿੰਦੂ ਮਤ ਵਿੱਚ ਬ੍ਰਾਹਮਣ ਲੋਕ ਨੇ ਇਹ ਦੁਨੀਆ ਨੂੰ ਇਹ ਚੱਕਰ 'ਚ ਪਾਇਆ ਵੀ ਬ੍ਰਾਹਮਣ ਚੰਗੇ ਆ, ਸ਼ੂਦਰ ਮਾੜੇ ਆ। ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਹੋਏ ਜਾਤਾਂ ਪਾਤਾਂ 'ਚ ਕੀ ਰੱਖਿਆ, ਜਾਣੋ ਜੋਤ ਨਾ ਪੁੱਛੋ ਜਾਤੀ ਆਗੇ, ਜਾਤ ਨਾ ਹੈ ਰੱਬ ਦੇ ਘਰ ਵਿੱਚ ਜਾਤ ਨਹੀਂ ਹੈਗੀ ਹੈ। ਐ ਦੁਨੀਆ ਦੇ ਵਿੱਚ ਲੋਕ ਆ ਜਿਹੜੇ ਜਾਤ ਪਾਤ ਵਿੱਚ ਫਸੇ ਹੋਏ ਆ। ਜ਼ਿਆਦਾਤਰ ਭਾਰਤ ਵਾਸੀ, ਬਾਹਰਲੇ ਦੇਸ਼ਾਂ ਵਿੱਚ ਕੋਈ ਜਾਤ ਪਾਤ ਨਹੀਂ। ਧੰਨ ਗੁਰੂ ਨਾਨਕ ਦੇਵ ਜੀ ਅਗਲੀ ਪੌੜੀ ਵਿੱਚ ਕਹਿੰਦੇ ਜਾਤੀ ਦਾ ਕਿਆ ਹੱਥ ਸੱਚ ਪਰਖੀਐ, ਮੋਹਰਾ ਹੋਵੇ ਹੱਥ ਮਰੀਆ ਚੱਖੀਐ। ਮੋਹਰਾ ਕਹਿੰਦੇ ਆ ਜ਼ਹਿਰ ਨੂੰ। ਹੁਣ ਜ਼ਹਿਰ ਕਿਸੇ ਦੇ ਵੀ ਹੱਥ ਵਿੱਚ ਹੋਵੇ ਕੋਈ ਨੁਕਸਾਨ ਨਹੀਂ ਕਰਦਾ, ਹੱਥ 'ਚ ਫੜਿਆ ਹੋਵੇ ਅਜੇ, ਚਾਹੇ ਕਿਸੇ ਸ਼ੂਦਰ ਦੇ ਹੱਥ 'ਚ ਫੜਿਆ ਹੋਵੇ, ਚਾਹੇ ਕਿਸੇ ਬ੍ਰਾਹਮਣ ਦੇ ਹੱਥ 'ਚ ਫੜਿਆ ਹੋਵੇ, ਕੁਛ ਨਹੀਂ ਕਹਿੰਦਾ। ਪਰ ਉਹ ਜ਼ਹਿਰ ਨੂੰ ਜਿਹਨੇ ਮੂੰਹ ਵਿੱਚ ਪਾ ਲਿਆ ਉਹਨੂੰ ਮਾਰੂਗਾ। ਕੋਈ ਸਤਨਾਮ ਸ੍ਰੀ, ਅੰਦਰ ਜਾ ਕੇ ਉਹਨੇ ਕੰਮ ਕਰਨਾ। ਕਹਿੰਦੇ ਇਸੇ ਤਰ੍ਹਾਂ ਹੀ ਉਸ ਪਰਮੇਸ਼ਰ ਦੇ ਦਰ 'ਤੇ ਜਾਤ ਪਾਤ ਕੋਈ ਨਹੀਂ ਹੈਗੀ। ਜੇ ਸੱਚ 'ਤੇ ਚੱਲੋਗੇ ਤਾਂ ਸੁਖੀ ਵਸੋਗੇ, ਮਾੜੇ ਕੰਮ ਕਰੋਗੇ ਦੁਖੀ ਹੋਵੋਗੇ। ਜਾਤੀ ਦੇ ਕੇ ਹੱਥ ਮਰੀਏ ਚੱਖੀਏ, ਉੱਚੀਆਂ ਨੀਵੀਆਂ ਜਾਤਾਂ ਦੇ ਵਿੱਚ ਕੀ ਰੱਖਿਆ ਪਾਤਸ਼ਾਹ ਕਹਿੰਦੇ, ਪਰਮੇਸ਼ਰ ਦੀ ਦਰਗਾਹ ਵਿੱਚ ਪਰਲੋਕ ਵਿੱਚ ਤਾਂ ਸੱਚ ਪਰਖਿਆ ਜਾਣਾ। ਸੱਚੇ ਕੀ ਸਰਕਾਰ ਜੁਗ ਜੁਗ ਜਾਣੀ ਹੈ। ਉਸ ਪਰਮੇਸ਼ਰ ਦੀ ਸਰਕਾਰ ਦੇ ਵਿੱਚ, ਪਰਮੇਸ਼ਰ ਦੀ ਦਰਗਾਹ ਦੇ ਵਿੱਚ ਤਾਂ ਸੱਚ ਪਰਖਿਆ ਜਾਣਾ। ਉੱਥੇ ਜਾਤ ਪਾਤ ਨਹੀਂ, ਕਿਸੇ ਦੀ ਪੁੱਛ ਨਹੀਂ। ਭਾਈ ਮਰਦਾਨਾ ਜੀ ਦੁਨੀਆ ਦੇ ਤੌਰ 'ਤੇ ਬਾਬੇ ਨਾਨਕ ਦਾ ਤਾਂ ਮਿੱਤਰ ਆ, ਉਹ ਗਲੇ ਲਾ ਕੇ ਰੱਖੇ ਆਪਣੇ। ਦੁਨੀਆ ਕਹਿੰਦੀ ਆ ਮਰਦਾਨਾ ਮਰਾਸੀ ਸੀਗਾ, ਇਹਦੀ ਨੀਵੀਂ ਜਾਤ ਸੀ, ਇਹਦੀ ਮਾੜੀ ਜਾਤ ਸੀ। ਜੇ ਮਰਦਾਨੇ ਦੀ ਬੈਕਗਰਾਊਂਡ ਦੀ ਗੱਲ ਕਰੀਏ, ਇਹਦੇ ਬਾਰੇ ਦੱਸਦੇ ਹੈ ਕਿ ਪਹਿਲਾ ਮਰਦਾਨਾ ਪਿਛਲੇ ਜਨਮ ਦੇ ਵਿੱਚ ਉਹਦੇ ਬਾਰੇ ਦੱਸਿਆ ਕਿਸੇ ਨੇ ਕਿ ਕਾਨਪੁਰ ਦੇ ਇਲਾਕੇ 'ਚ ਬੜਾ ਤਪੱਸਵੀ ਬੰਦਾ ਸੀ। ਇਹ ਮਰਦਾਨੇ ਨੂੰ ਐਵੇਂ ਨਾਨਕ ਜੀ ਦਾ ਸਾਥ ਨਹੀਂ ਮਿਲਿਆਗਾ, ਭਜਨ ਬੰਦਗੀ ਵਾਲਾ ਤਪੱਸਵੀ ਬੰਦਾ ਸੀ। ਇਹਦੀ ਬੈਕਗਰਾਊਂਡ ਪਰਮਾਤਮਾ ਨੂੰ ਮਿਲਣ ਵਾਸਤੇ ਬਹੁਤ ਯਤਨ ਕੀਤਾ, ਇਸਨੇ ਬੜੀ ਤਪੱਸਿਆ ਕੀਤੀ। ਇੱਕ ਵਾਰ ਸਰਦੀਆਂ ਵਿੱਚ ਕਹਿੰਦੇ ਇਹਨੂੰ ਨਮੂਨੀਆ ਹੋ ਗਿਆ, ਠੰਡ ਲੱਗ ਗਈ। ਤੇ ਠੰਡ ਲੱਗੀ ਤੇ ਜਿਵੇਂ ਅੱਜ ਕੱਲ੍ਹ ਵੀ ਕਹਿੰਦੇ ਯਾਰ ਥੋੜ੍ਹੀ ਜਿਹੀ ਬਰਾਂਡੀ ਪੀ ਲਾ, ਤੈਨੂੰ ਨਮੂਨੀਆ ਹੋਇਆ ਨਿਕਲ ਜੂਗਾ। ਕਹਿੰਦੇ ਕਿਸੇ ਨੇ ਮਰਦਾਨੇ ਦੇ ਉਸ ਬਿਮਾਰ ਪਏ ਦੇ ਮੁੱਖ ਵਿੱਚ, ਪਿਛਲੇ ਜਨਮ ਦੀ ਗੱਲ ਕਰਦਾ ਮੈਂ, ਕਹਿੰਦੇ ਸ਼ਰਾਬ ਪਾ ਦਿੱਤੀ ਇਹਦੇ ਮੂੰਹ ਦੇ ਵਿੱਚ ਬਈ ਇਹਦੇ ਨਾਲ ਤੇਰਾ ਨਮੂਨੀਆ ਹਟ ਜੂਗਾ। ਤੇ ਕਹਿੰਦੇ ਉਸ ਵੇਲੇ ਫਿਰ ਉਸ ਦੇ ਨਾਲ ਹੀ ਇਹਨੂੰ ਨਮੂਨੀਆ ਤਾਂ ਨਾ ਹਟਿਆ, ਪਰ ਇਹਦੀ ਮੌਤ ਹੋ ਗਈ। ਜਦ ਇਹਦੀ ਮੌਤ ਹੋਈ ਤੇ ਅਗਲਾ ਜਨਮ ਫਿਰ ਇਸ ਦਾ ਇਸ ਤਰ੍ਹਾਂ ਉਹਨਾਂ ਦੇ ਘਰ ਹੋ ਗਿਆ, ਮਰਾਸੀਆਂ ਦੇ ਘਰ, ਮੁਸਲਮਾਨਾਂ ਦੇ ਘਰ ਹੋ ਗਿਆ। ਤੇ ਜਿਸ ਵੇਲੇ ਗੁਰੂ ਪਿਆਰਿਓ ਭਾਈ ਮਰਦਾਨਾ ਜੀ ਆਪਣੇ ਮਾਤਾ ਦੇ ਘਰ ਪੈਦਾ ਹੋਏ ਮਰਦਾਨਾ ਬਣ ਕੇ, ਤੇ ਇਹਦਾ ਨਾਮ ਕੀ ਰੱਖਿਆ ਗਿਆ? ਮਰ ਜਾਣਾ।
ਹੁਣ ਬਾਬੇ ਨਾਨਕ ਜੀ ਦੇ ਤੇ ਮਰਦਾਨੇ ਦੀ ਲਗਭਗ ਬਰਾਬਰ ਜੀ ਉਮਰ ਹੈ, 1-2 ਸਾਲਾਂ ਦਾ ਫਰਕ ਹੈ ਦੋਨਾਂ ਦਾ, 3 ਸਾਲ ਦਾ ਹੋਊਗਾ, 3 ਸਾਲ ਵੱਡੇ ਹੀ ਸ਼ਾਇਦ ਮਰਦਾਨਾ ਜੀ ਬਾਬਾ ਨਾਨਕ ਤੋਂ। ਤਾਂ ਗਲੀ ਵਿੱਚ ਇਕੱਠੇ ਖੇਡਦੇ ਆ, ਤੇ ਇੱਕ ਦਿਨ ਧੰਨ ਗੁਰੂ ਨਾਨਕ ਦੇਵ ਜੀ ਤੁਰੇ ਜਾਂਦੇ ਨੇ, ਤੇ ਮਰਦਾਨੇ ਦੀ ਮਾਂ ਆਵਾਜ਼ਾਂ ਮਾਰਦੀ ਆ, ਵੇ ਮਰ ਜਾਣਿਆ, ਵੇ ਮਰ ਜਾਣਿਆ, ਘਰੇ ਆ ਜਾ, ਵੇ ਮਰ ਜਾਣਿਆ। ਧੰਨ ਗੁਰੂ ਨਾਨਕ ਲੰਘਣ ਲੱਗੇ, ਕਹਿੰਦੇ ਮਾਤਾ ਜੀ ਇਹ ਕੈਸਾ ਨਾਮ ਰੱਖਿਆ ਤੁਸੀਂ ਬੱਚੇ ਦਾ? ਕਹਿੰਦੇ ਕੀ ਕਰੀਏ ਭਾਈ, ਮੇਰੇ 4 ਬੱਚੇ ਪਹਿਲਾਂ ਹੋਏ, 4 ਹੀ ਮਰ ਗਏ, ਇਹਨੇ ਵੀ ਮਰ ਜਾਣਾ, ਮੈਨੂੰ ਹੁਣ ਆਸ ਨਹੀਂ ਇਹਦੇ ਬਚਣ ਦੀ, ਤਾਂ ਤੇ ਮੈਂ ਇਹਦਾ ਪਹਿਲਾਂ ਹੀ ਨਾਮ ਮਰ ਜਾਣਾ ਰੱਖ ਲਿਆ। ਬਾਬਾ ਜੀ ਕਹਿੰਦੇ ਨਹੀਂ ਮਾਤਾ, ਜਿਹੜਾ ਨਾਮ ਜਪਦਾ ਉਹ ਮਰਦਾ ਨਹੀਂ ਕਦੇ। ਨੀਚ ਜਾਤ ਹਰ ਜਪਦਿਆਂ ਉੱਤਮ ਪਦਵੀ ਪਾਏ। ਇਹ ਮਰ ਜਾਣੇ ਨੂੰ, ਤੇਰੇ ਮਰ ਜਾਣੇ ਨੂੰ ਮੈਂ ਮਰਦਾਨਾ ਕਹਿੰਦਾ ਹਾਂ, ਅੱਜ ਤੋਂ ਬਾਅਦ ਇਹ ਮਰਦਾ ਨਹੀਂ। ਫਿਰ ਭਾਵੇਂ ਸੰਸਾਰੀ ਸਰੀਰ ਤਾਂ ਸਭ ਨੇ ਛੱਡਣਾ ਹੈ, ਪਰ ਜਿਵੇਂ ਤੂੰ ਸੋਚਦੀ ਆ ਹੁਣ ਇਹ ਜਵਾਨੀ ਵਿੱਚ ਬਚਪਨ ਵਿੱਚ ਨਹੀਂ ਮਰੇਗਾ, ਪੂਰੀ ਉਮਰ ਭੋਗ ਕੇ ਸਰੀਰ ਛੱਡੇਗਾ, ਬਲਕਿ ਮਰਦਾਨਾ ਤਾਂ ਅਮਰ ਹੋ ਗਿਆ, ਅੱਜ ਵੀ ਜਿਉਂਦਾ। ਕੋ ਸਤਨਾਮ। ਬਾਬੇ ਨਾਨਕ ਦੇ ਬਚਨ ਐਸੇ ਹੋਏ, ਜਿਨ੍ਹਾਂ ਨੇ ਨਾਮ ਜਪਿਆ ਉਹ ਅਮਰ ਹੋ ਗਏ। ਇਹ ਨਾਮ ਦੀ ਪਾਵਰ ਹੈ। ਬਾਬਾ ਨਾਨਕ ਜੀ ਕਹਿੰਦੇ ਇਹ ਨਹੀਂ ਮਰਦਾ। ਹੁਣ ਫਿਰ ਪਰਖਦੀਆਂ ਇਹ, ਜੇ ਮੈਂ ਨਾਲ ਰੱਖੂੰਗਾ ਆਪਣੇ, ਮੈਂ ਇਸ ਮਰਦਾਨੇ ਨੂੰ ਆਪਣੇ ਨਾਲ ਰੱਖਾਂਗਾ ਤੇ ਮੈਂ ਵੇਖੂੰਗਾ ਕਿਵੇਂ ਮਰਦਾ। ਹੁਣ ਨਹੀਂ ਮਰਨ ਦਿੰਦਾ ਮੈਂ ਇਸ ਨੂੰ। ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਜੇ ਸਾਡੇ ਨਾਲ ਰਹੇਗਾ, ਕੀਰਤਨ ਦੀ ਸੇਵਾ ਨਿਭਾਵੇਗਾ, ਤਾਂ ਇਹ ਕਦੇ ਵੀ ਨਹੀਂ ਮਰੇਗਾ। ਤਾਂ ਉਸ ਦਿਨ ਤੋਂ ਫਿਰ ਇਹਨਾਂ ਦੀ ਦੋਸਤੀ ਪੈ ਗਈ, ਦੋਨਾਂ ਦੀ, ਬਾਬੇ ਨਾਨਕ ਦੀ ਤੇ ਮਰਦਾਨੇ ਜੀ ਦੀ। ਉਸ ਤੋਂ ਬਾਅਦ ਫਿਰ ਬੜਾ ਪਿਆਰ ਪੈ ਗਿਆ, ਫਿਰ ਤਾਂ ਇਕੱਠੇ ਰਹਿਣ ਲੱਗੇ। ਜਦੋਂ ਬਾਬਾ ਨਾਨਕ ਜੀ ਸੁਲਤਾਨਪੁਰ ਲੋਧੀ ਸਨ, ਜਿਹੜਾ ਸੀਗਾ ਇਹਨਾਂ ਦਾ ਮੋਦੀ ਖਾਨਾ ਉਹ ਛੱਡ ਦਿੱਤਾ ਸੀ, ਉਦੋਂ ਵੀ ਮਰਦਾਨਾ ਜਾਂਦਾ ਮਿਲਣ ਵਾਸਤੇ, ਪਤਾ ਲੈਣ ਵਾਸਤੇ। ਜਦੋਂ ਮੰਗਣੀ ਹੁੰਦੀ ਹੈ ਉਦੋਂ ਵੀ ਮਰਦਾਨਾ ਨਾਲ ਜਾਂਦਾ। ਇਹ ਬਚਪਨ ਦੇ ਸਾਥੀ ਸੀ। ਤਾਂ ਧੰਨ ਗੁਰੂ ਨਾਨਕ ਦੇਵ ਜੀ ਇੱਥੇ ਕਹਿੰਦੇ ਹਨ ਕਿ ਉੱਚੀ ਨੀਵੀਂ ਜਾਤ ਦਾ ਕੋਈ ਤਲਕ ਨਹੀਂ ਗਾ। ਰੱਬ ਦੇ ਘਰ ਵਿੱਚ ਤਾਂ ਪਰਮੇਸ਼ਰ ਦੇ ਨਾਮ ਦੇ ਬਾਰੇ ਪੁੱਛਿਆ ਜਾਂਦਾ, ਜਪਿਆ ਕਿ ਨਹੀਂ ਜਪਿਆ। ਨੀਚੋਂ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ, ਐਸੀ ਲਾਲ ਤੁਝ ਬਿਨ ਕੌਣ ਕਰੈ। ਗਰੀਬ ਨਵਾਜ ਗੁਸਾਈਆਂ ਮੇਰਾ ਮਾਥਾ ਸ਼ਰਤ ਧਰੈ। ਜਾਤੀ ਦੇ ਕਿਆ ਹੱਥ ਸੱਚ ਪਰਖੀਐ, ਮੋਹਰਾ ਹੋਵੇ ਹੱਥ ਮਰੀਆ ਚੱਖੀਐ। ਕਿ ਜ਼ਹਿਰ ਅਮੀਰ ਨੂੰ ਛੱਡ ਦੂਗਾ, ਕਿ ਜ਼ਹਿਰ ਨੂੰ ਬ੍ਰਾਹਮਣ ਖਾ ਲਵੇ ਤੇ ਬਚ ਜੂਗਾ। ਜੇ ਜਾਤ ਪਾਤ ਦੇ ਵਿੱਚ ਫਰਕ ਹੁੰਦਾ ਤਾਂ ਫਿਰ ਜ਼ਹਿਰ ਵੀ ਫਰਕ ਪਾਉਂਦਾ। ਜਿਹੜੇ ਪਰਮੇਸ਼ਰ ਦੇ ਬਣਾਏ ਤੱਤ ਹਨ, ਹਵਾ ਦੋਨਾਂ ਨੂੰ ਠੰਡੀ ਲੱਗਦੀ ਹੈ, ਜੇ ਠੰਡੀ ਹੈ, ਜੇ ਗਰਮ ਹੈ ਦੋਨਾਂ ਨੂੰ ਗਰਮ ਲੱਗਦੀ ਹੈ। ਅੱਗ ਦਾ ਦੋਨਾਂ ਵਾਸਤੇ ਇੱਕੋ ਜਿਹਾ ਸੁਭਾਅ ਹੈ, ਪਾਣੀ ਦਾ ਸਾਰਿਆਂ ਵਾਸਤੇ ਇੱਕੋ ਜਿਹਾ ਸੁਭਾਅ ਹੈ, ਜ਼ਹਿਰ ਦਾ ਸਾਰਿਆਂ ਵਾਸਤੇ ਇੱਕੋ ਜਿਹਾ ਸੁਭਾਅ ਹੈ, ਮਿੱਠੇ ਦਾ ਸਾਰਿਆਂ ਵਾਸਤੇ ਇੱਕੋ ਜਿਹਾ ਸੁਭਾਅ ਹੈ, ਅੰਮ੍ਰਿਤ ਦਾ ਸਾਰਿਆਂ ਵਾਸਤੇ ਇੱਕੋ ਜਿਹਾ ਸੁਭਾਅ ਹੈ। ਜੇ ਕੋਈ ਇਸ ਨੂੰ ਪੀ ਲਵੇ, ਨਾਮ ਦਾ ਸਾਰਿਆਂ ਵਾਸਤੇ ਇੱਕੋ ਜਿਹਾ ਸੁਭਾਅ ਹੈ। ਕੋਈ ਨੀਚ ਲੈ ਲਵੇ ਉਹ ਵੀ ਉੱਚਾ ਹੋ ਜਾਵੇਗਾ। ਨੀਚੋਂ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਐਸੀ ਲਾਲ ਤੁਝ ਬਿਨ ਕੌਣ ਕਰੈ। ਗਰੀਬ ਨਵਾਜ ਗੁਸਈਆ ਮੇਰਾ ਮਾਥੈ ਛਤਰ ਧਰੈ। ਰਵਿਦਾਸ ਢਵੰਤਾ ਢੋਰ ਨੀ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਜਿਹਨੂੰ ਉਸ ਵੇਲੇ ਬ੍ਰਾਹਮਣ ਕਹਿੰਦੇ ਸੀ ਚਮਿਆਰ ਹੈ ਇਹ। ਭਗਤ ਕਬੀਰ ਸਾਹਿਬ ਜੀ ਜੁਲਾਹਿਆਂ ਦੇ ਘਰ ਵਿੱਚ ਪੈਦਾ ਹੋ ਕੇ ਸਤਿਕਾਰਯੋਗ ਹੋ ਗਏ, ਦੁਨੀਆ ਵਿੱਚ ਪੂਜਨਯੋਗ ਹੋ ਗਏ ਨਾਮ ਜਪਣ ਕਰਕੇ। ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ। ਨਾਈਆਂ ਦੇ ਘਰੇ ਪੈਦਾ ਹੋ ਕੇ ਭਗਤ ਸੈਨ ਜੀ, ਉਹਨਾਂ ਨੇ ਨਾਮ ਜਪਿਆ ਤੇ ਉਹ ਵੀ ਦੁਨੀਆ ਵਿੱਚ ਪ੍ਰਗਟ ਹੋ ਗਏ। ਭਗਤ ਲੋਚਨ ਬ੍ਰਾਹਮਣ ਹੈ, ਇਹਨੇ ਨਾਮ ਜਪਿਆ, ਵੀ ਪੂਜਨਯੋਗ ਹੋ ਗਿਆ, ਵੀ ਬਾਬੇ ਦੀ ਗੋਦ 'ਚ ਆ ਕੇ ਬਹਿ ਗਿਆ। ਕੋ ਸਤਨਾਮ ਸੀ, ਇਹਨੂੰ ਵੀ ਨਹੀਂ ਤਿਆਗਿਆ। ਭਗਤ ਨਾਮਦੇਵ ਜੀ ਦੀ ਗੱਲ ਕਰੀਏ, ਛਿੰਬਿਆਂ ਦੇ ਘਰੇ ਪੈਦਾ ਹੋਏ ਬ੍ਰਾਹਮਣਾਂ ਨੇ ਲਗਭਗ ਸਾਰਿਆਂ ਨੂੰ ਸ਼ੂਦਰ ਬਣਾਤਾ ਸੀਗਾ। ਉਹ ਕਹਿੰਦਾ ਮੈਂ ਉੱਚੀ ਜਾਤ ਦਾ ਬ੍ਰਾਹਮਣ ਹਾਂ, ਤੇ ਇਹ ਜਿਹੜਾ ਕਿਸਾਨ ਹੈ, ਜ਼ਿਮੀਂਦਾਰ ਹੈ, ਇਹ ਸ਼ੂਦਰ ਹੈ, ਔਰ ਜਿੰਨੇ ਵੀ ਇਹਦੇ ਨਾਲ ਜੁੜੇ ਹਨ ਸਾਰੇ ਸ਼ੂਦਰ ਹੈ।
जिन्ने भी किसान नाल जुड़े हैं ना सारे शूद्र है, मैं कल्ला ब्राह्मण हाँ। आ खत्री है, ये छत्री है, एक वैश्य है, क्योंकि ये बंदा बड़ा ही गुरु प्यारो ब्राह्मण जिहड़ा बड़ा ही चलाक बंदा निकलिया। ਜਿਹੜੇ ਵਪਾਰ ਕਰਦੇ ਸੀ ਉਹਨਾਂ ਨੂੰ ਵੈਸ਼ ਬਣਾਤਾ, ਬਈ ਤੁਸੀਂ ਬਾਹਰੋਂ ਸੌਦੇ ਲਿਆ ਕੇ ਸਾਨੂੰ ਦੇਣੇ ਆ। ਜਿਨ੍ਹਾਂ ਤੋਂ ਇਹਨੂੰ ਲੋੜ ਪਈ ਰਕਸ਼ਾ ਦੀ ਉਹਨਾਂ ਨੂੰ ਛਤਰੀ ਬਣਾਤਾ, ਬਾਕੀਆਂ ਸਾਰਿਆਂ ਨੂੰ ਸ਼ੂਦਰ ਕਹਿ ਕੇ ਤਿਸਕਾਰ ਕਰਾ ਦਿੱਤਾ। ਦੁਨੀਆ ਦੇ ਵਿੱਚ ਵੰਡੀਆਂ ਪਾਤੀਆਂ, ਵੰਡਤੀ, ਪਾੜੋ ਦੇ ਰਾਜ ਕਰੋ ਦੇ ਕੰਮ ਇਹ ਬ੍ਰਾਹਮਣ ਨੇ ਕੀਤੇ ਆ। ਕੋਈ ਸਤਨਾਮ ਸੀ। ਗੁਰੂ ਕਿਰਪਾ ਕਰਨ, ਜਾਤ ਪਾਤ ਵਿੱਚ ਕੁਛ ਨਹੀਂ ਰੱਖਿਆ। ਪਾਤਸ਼ਾਹ ਕਹਿੰਦੇ ਇਹਨਾਂ ਨੇ ਜਾਤ ਪਾਤ ਖੰਡਨ ਕੀਤਾ। ਜਿਸ ਵੇਲੇ ਇੱਕ ਬ੍ਰਾਹਮਣ ਆ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦਾ ਕਿ ਤੁਸੀਂ ਜੰਗਾਂ ਜਿੱਤ ਕੇ ਆ ਵੱਡਾ ਜੱਗ ਕੀਤਾ, ਜਿਹੜਾ ਲੰਗਰ ਕੀਤਾ, ਇਹ ਪੁਰਾਣੇ ਰਾਜੇ ਕਰਿਆ ਕਰਦੇ ਸੀਗੇ, ਤੇ ਜੱਗ ਕਰਕੇ ਪਹਿਲਾਂ 21 ਜਾਂ 20 ਬਾਹਮਣ ਸਾਧਦੇ ਸੀ, ਪਹਿਲਾਂ ਸਾਨੂੰ ਖਵਾਉਂਦੇ ਸੀ, ਫਿਰ ਆਮ ਜਨਤਾ ਨੂੰ ਖਵਾਉਂਦੇ ਸੀ, ਤੇ ਤੁਸੀਂ ਇਹਨਾਂ ਨੀਚਾਂ ਨੂੰ ਪਹਿਲਾਂ ਖਵਾਤਾ ਤੇ ਸਾਨੂੰ ਯਾਦ ਹੀ ਨਹੀਂ ਕੀਤਾ। ਧੰਨ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਵਿਸਰ ਗਇਓ ਮਿਸਰ ਜੋ ਪੰਡਤ ਜੀ ਭੁੱਲ ਗਏ। ਫਿਰ ਪੰਡਤ ਥੋੜ੍ਹਾ ਹੋਰ ਗਰਮ ਹੋ ਗਿਆ, ਉੱਚਾ ਬੋਲਣ ਲੱਗਿਆ, ਤੁਸੀਂ ਸਾਡੇ ਸਾਰੇ ਧਰਮ ਦੇ ਕੰਮ ਖਰਾਬ ਕਰਤੇ, ਇਹ ਉਹ ਬਹੁਤ ਕੁਛ ਕਿਹਾ। ਪਾਤਸ਼ਾਹ ਜੀ ਕਹਿੰਦੇ ਕੋਈ ਨਹੀਂ, ਜਿਨ੍ਹਾਂ ਤੋਂ ਨੀਚ ਕਹਿਣਾ ਨੇ ਤੁਸੀਂ ਬਣਾਇਆ, ਕਿਰਪਾ ਕਟਾਛਿਆ ਨਿਹਾਰੋ, ਇਹਨਾਂ 'ਤੇ ਕਿਰਪਾ ਦੀ ਨਿਗਾਹ ਰੱਖੋ, ਤੁਸੀਂ ਇਹਨਾਂ ਨੂੰ ਇੰਨੇ ਮਾੜੇ ਨਾ ਕਹੋ, ਇਹਨਾਂ ਨੂੰ ਸ਼ੂਦਰ ਤੁਸੀਂ ਬਣਾਇਆਗਾ। ਹੋਰ ਗਰਮ ਹੋ ਗਿਆ। ਬਾਬਾ ਜੀ ਕਹਿੰਦੇ ਕੋਈ ਗੱਲ ਨਹੀਂ, ਗੁੱਸਾ ਕਿਉਂ ਕਰਦਾ, ਤੇਰੇ ਘਰੇ ਭੋਜਨ ਭੇਜ ਦਿੰਦੇ ਆ ਯਾਰ। ਹੁਣ ਜਦੋਂ ਬਹੁਤੇ ਗਰਮ ਹੋਇਆ ਦੇਖਿਆ ਤੇ ਬਾਬਾ ਜੀ ਕਹਿੰਦੇ ਚੰਗਾ ਫਿਰ ਸੁਣ ਲਓ ਸਿੱਖੋ, ਅੱਜ ਤੋਂ ਬਾਅਦ ਕਿਸੇ ਬ੍ਰਾਹਮਣ ਨੂੰ ਪਹਿਲਾਂ ਬੁਲਾ ਕੇ ਨਹੀਂ ਸੱਦਣਾ, ਕਿਸੇ ਨੂੰ ਜਾਤ ਪਾਤ ਦੇ ਹਿਸਾਬ ਨਾਲ ਪਹਿਲਾਂ ਪਿੱਛੋਂ ਨਹੀਂ ਦੇਣਾਗਾ। ਲੰਗਰ ਬਣਾਓ, ਅਰਦਾਸਾ ਕਰੋ ਤੇ ਸਾਰੇ ਇਕੱਠੇ बैठ के छको, क्योंकि इन्हीं की कृपा के सजे हम है, नहीं मोसो गरीब करोड़ परे। दान दियो इन्हीं को भलो, और को दान सुहात ना जी को। फिर पातशाह जी ने संगत नूं पक्के तौर पर ये हुक्म करता भी अज तो बाद मैं तुहानूं ये दसदा बई कोई वड्डा छोटा नहीं, सब बराबर है। जो सिੱਖੀ ਦੇ ਵਿੱਚ प्रवेश करता है वो नीच नहीं रह गया। ये ब्राह्मण कोई उच्ची जात का नहीं गा, किसी ने भी इस नूं बुला करके स्पैशल नहीं खवाउणागा। लंगर बनाओ, अरदासा करो तो सारे बैठ के छक लो। कोई सतनाम सी। फिर रोन लग्या, कह तुसीं तो साडा अग्गा ही मारता, आने वाले समय में तुहाडे सिखां ने साडे बच्चिआं नूं इस तरह सदना नहीं। कहंदे बस हुण तां जिहड़ा हो गया सी हो गया, जो कर्मां दे विच पंडिता उही मिलदा। ये बचन गुरु गोबिंद सिंह जी की बाणी विच दर्ज है, शब्द बना के लिखिया होया। कोई सतनाम, जिहड़ा मैं तुहानूं क्लीयर करके सुनाया उत्थे शब्द बना के लिखिया होया। जाति दे का हथ मरीए चखी है, जाति दे का हथ सच परखी है, मोहरा होवे हथ मरीए चखी है। सच्चे की सरकार जुग जुग जानी है, वो सच्चे की सरकार है जिहड़ी उत्थे तां सच नूं परखिया जांदा है। हुक्म मने सरदार दर दी बाणी है, उहदे दर दे उत्ते ओहो ही दरबान बनदे आ, भाव परवान हुंदे आ, जिहड़े उहदे हुक्म नूं मनदे आ, ओही उहदे सरदार है। सरदार भाव सत्कार योग। सरदार शब्द एक साडा भी है, दस्तार बन्ने वाले नूं सरदार कहंदे आ, पर इत्थे शब्द लिखिआ सरदार। ਉਹਦੀ ਦਰਗਾਹ ਦੇ ਉੱਤੇ ਜਿਹੜੇ ਸਤਕਾਰ ਪਾਉਂਦੇ ਆ ਉਹ ਉਹੀ ਆ ਜਿਹੜੇ ਉਹਦੇ ਹੁਕਮ ਨੂੰ ਮੰਨਦੇ ਆ। ਕਹੋ ਸਤਨਾਮ ਸੀ। ਸੱਚੇ ਦੀ ਸਰਕਾਰ ਦਰ ਦੀ ਬਾਣੀ ਹੈ। ਪਾਤਸ਼ਾਹ ਜੀ ਕਹਿੰਦੇ ਫਰਮਾਨੀ ਹੈ ਕਾਰ ਖਸਮ ਪਠਾਇਆ। ਫਰਮਾਨ ਹੁੰਦਾ ਹੁਕਮ। ਪਰਮੇਸ਼ਰ ਨੇ ਆਪਣਾ ਹੁਕਮ ਦੇ ਕੇ ਸਾਨੂੰ ਦੁਨੀਆ ਵਿੱਚ ਭੇਜਿਆ। ਬਾਬਾ ਨਾਨਕ ਜੀ ਕਹਿੰਦੇ ਉਹ ਹੁਕਮ ਕਰਦਾ ਇੱਕ, ਤੇ ਥੱਲੇ ਘੋੜ ਸਵਾਰ ਉਸ ਹੁਕਮ ਨੂੰ ਸੁਣਾਉਣ ਜਾਂਦਾ। ਸ਼ਹਿਰ ਦੇ ਵਿੱਚ SSP ਦਾ ਫੋਨ ਆਇਆ, ਲੈ ਵੀ ਆ ਸਾਰਿਆਂ ਨੂੰ ਦੱਸ ਦਿਓ। ਉਹਨੇ ਅੱਗੇ ਹੁਕਮ ਵਜਾਤਾ। ਇਸੇ ਤਰ੍ਹਾਂ ਹੀ ਪਰਮੇਸ਼ਰ ਨੇ ਆਪਣਾ ਹੁਕਮ ਭੇਜਿਆ ਹੈ, ਤੇ ਬਾਬਾ ਨਾਨਕ ਕਹਿੰਦਾ ਮੈਂ ਸੁਣਾਉਣ ਆਇਆ ਤੁਹਾਨੂੰ। ਘੋੜ ਸਵਾਰ ਸੁਣਾਉਣ ਜਾਂਦਾ।
फुरमानी है कार खसम पठाया, तबलबाज विचार शब्द सुनाया। तबला तबला रागियां कोले आ। पहला पिंडां विच कोई लौसमेंट करनी हुंदी, ढोल पीपा बजा के खड़का के फिर लोग सुनते भी खड़किया, पीपा खड़किया बई, पीपे खड़के करनी ध्यान करते, फिर उच्ची बोल के वह आवाज़ सुनाते भी सारिਆਂ ਨੂੰ आ हुक्म आया बई मन लो। ते आ तबले वाले रागी सिंह कथावाचक प्रचारक ज्ञानी अज ये गुरु के हुक्म नूं बजा बजा के सुनाते हैं। अगे ਜਿਹੜੇ सुन लैणगे चंगे रहणगे, नहीं सुनणगे तो फिर करमी आपू अपनी के नेड़ा के दूर, जिन्नी नाम ध्याया गए मशक्कत का। तबलबाज विचार शब्द सुनाया, एक होए असवार एक ना साखती। जिन्हों ने गल सुन ली वो परमेश्वर के दर ते पहुँच गए, असवारी कर ली, तैयार हो गए चलण नूं। जिहड़े नहीं सुनते उन्हां दे वास्ते सख्ती हुंदी आ, फिर उन्हां दे उत्ते सख्ती हुंदी है। तू गल नहीं सुनदा बई एवें परमेश्वर दरगाह विच है। जिहड़े परमेश्वर दा हुक्म मन लैणगे सुन लैणगे वो प्रवान हो जाणगे, दूजिआं ते सख्ती होऊगी। फिर एक नहीं बद्धे भार एक ना ताकती। कईयां ने तैयारी कर लई आ परमेश्वर वाल चलण दी, भाव गुरु वाले बनने सी सलाह कर लई आ। कई बन गए ते जिहड़े गुरु वाले बन गए वो परमेश्वर दर ते पहुँच गए। इसी पवित्र शब्द की विचार। अगला शब्द सलोक महला पहला, जा पक्का ता कटिया, रही सो पल्लरवाड़, सच सन किसारा चिथया, कन लया तन चाड़, दोए पुर चक्की जोड़ के पीसन आए बैठ, जो दा रहे सो उभरे नानक अजब डिठ। डर रहे जिमें तुसी दर ते आके बैठे गुरु चरना च, वो बज जाते आ ते बाकी चक्की दे पुड़ां थल्ले आके पिस जाते आ। कहो सतनाम सी। डर कित्थे आ, दाने पाई जाते आ। बीबी दाने की मुट्ठी भरदी है ना, चक्की दे विचाले पाउंदी आ। ਜਿਹੜੇ दाने किली दे कोले खड़ जाते आ वो बज जाते आ पिसन तो, ਜਿਹੜੇ रुड़ के चक्करां दे विचाले चले जाते आ वो पिस के खत्म हो जाते आ। खैर ये शब्द की विचार आपां गुरु किरपा की फिर सरवण करांगे। इत्थे रोकण दी आग्या बख्शो। बोलदियां ने अखर बाद काट हो जाते। सिख संगतां ते सतगुरु बख्शण जोग है, बख्श लेना जी। समाप्ति करिए। बुलाओ फतेह पाओ फतेह। वाहिगुरु जी का खालसा, वाहिगुरु जी की फतेह। वाहिगुरु।